स्वागत पंजाबन टीवी देख रहे सारे दर्शकों का मैं मेघा प्रोग्राम आरोग जीवन दे विच स्वागत करदी हां। आज पंजाबन टीवी दे विच आरोग जीवन दे अंक दे विच बहुत बहुत स्वागत करदे हां स्टूडियो दे विच कुंवर राजीव जी दा। डॉक्टर कुंवर राजीव तुहाडा पंजाबन टीवी दे विच बहुत बहुत स्वागत करदे हां। बहुत सारे लोग अपने दिमाग नूं शार्प करन लई, मैमरी नूं तेज़ करन लई कुछ सप्लीमेंट्स खांदे ने, है ना, कोई टैबलेट्स खा रहे ने या सप्लीमेंट्स खा रहे ने। इन्हां दा की असर हुंदा है कि वाकई इहदे नाल यादाश्त तेज़ हुंदी है? ਜਿਹੜੇ ਸਪਲੀਮੈਂਟਸ ਆ ਉਹ ਜ਼ਰੂਰ ਹੈਲਪ ਕਰਦੇ ਆ। ਉਹ ਤੁਹਾਡੇ ਬ੍ਰੇਨ ਦੇ ਨਿਊਰੋਨਸ ਨੂੰ ਹੈਲਦੀ ਰੱਖਣ ਦੇ ਵਿੱਚ ਹੈਲਪ ਕਰ ਸਕਦੇ ਆ। ਕੁਝ ਪਾਰਟਿਕੂਲਰ ਜੇ ਕੋਈ ਸਪੈਸ਼ਲਾਈਜ਼ਡ ਲੋਕਾਂ ਕੋਲੋਂ ਰਿਕਮੈਂਡਡ ਹੋਣ ਤੇ ਉਹ ਕਰ ਸਕਦੇ ਆ। ਪਰ ਜੇ ਅਸੀਂ ਕਹੀਏ ਕਿ ਸਿਰਫ ਸਪਲੀਮੈਂਟਸ ਲੈਣ ਨਾਲ ਉਹਦੇ ਨਾਲ ਮੈਮਰੀ ਸ਼ਾਰਪ ਨਹੀਂ ਹੋ ਸਕਦੀ। ਹਾਂ, ਤੁਹਾਨੂੰ ਉਹ ਕਨਸੈਂਟਰੇਟ ਕਰਨ 'ਚ ਹੈਲਪ ਕਰ ਸਕਦੇ ਆ, ਪਰ ਕਨਸੈਂਟਰੇਟ ਤਾਂ ਤੁਹਾਨੂੰ ਹੀ ਪ੍ਰੈਕਟਿਸ ਕਰਨੀ ਪਏਗੀ। ਬਾਡੀ ਤਾਂ ਸਾਨੂੰ ਪੂਰੀ ਹੈਲਦੀ ਮਿਲੀ ਹੈ, ਅਸੀਂ ਕੰਪਲੀਟ ਪੈਕੇਜ ਹੈਗੇ ਆ। ਸਪਲੀਮੈਂਟਸ ਲਾਓ, ਅੱਛੀ ਗੱਲ ਹੈ, ਪਰ ਉਹਦੇ ਨਾਲ ਨਾਲ ਜਦੋਂ ਤੱਕ ਤੁਸੀਂ ਕੋਈ ਚੀਜ਼ ਦੀ ਕੋਈ ਇਹੋ ਜਿਹਾ ਸਪਲੀਮੈਂਟ ਨਹੀਂ ਮਿਲਿਆ ਜਿਹੜਾ ਤੁਹਾਨੂੰ ਸਾਈਕਲ ਚਲਾਉਣਾ ਸਿਖਾ ਦੇ। ਤੁਹਾਡੀ ਬਾਡੀ ਹੈਲਦੀ ਹੈ, ਸਿੱਖਣਾ ਤੁਹਾਨੂੰ ਆਪ ਹੀ ਪੈਣਾ। ਕੋਈ ਇਹੋ ਜਿਹਾ ਸਪਲੀਮੈਂਟ ਨਹੀਂ ਬਣਿਆ ਜਿਹੜਾ ਤੁਹਾਨੂੰ ਪੜ੍ਹਨਾ ਸਿਖਾ ਦੇ, ਪੜ੍ਹਨਾ ਤੁਹਾਨੂੰ ਆਪ ਹੀ ਪੈਣਾ। ਸੋ ਉਹੀ ਚੀਜ਼ ਹੈ ਕਿ ਸਪਲੀਮੈਂਟਸ ਆਰ ਗੁੱਡ, ਦੇ ਆਰ ਆਲਵੇਜ਼ ਗੁੱਡ, ਪਰ ਉਹਨਾਂ ਦੀ ਵਰਤੋਂ ਕਿੱਦਾਂ ਕਰਨੀ ਹੈ ਔਰ ਉਹ ਉਸ ਚੀਜ਼ ਨੂੰ ਕਿਹੜੀ ਚੀਜ਼ ਵਾਸਤੇ ਅਸੀਂ ਇਸਤੇਮਾਲ ਕਰਨਾ ਚਾਹੁੰਦੇ ਹਾਂ, ਉਹ ਸਾਰਾ ਕੁਝ ਇਨਸਾਨ ਤੇ डिपेंड करता है। जिद्दां अक्सर असीं सुनिया है ते हाले भी ये मतलब घर दे वड्डे कहंदे ने कि बादाम खाओ, है ना, बादाम राती भिगो लो, सवेरे खा लो, ते ओदे नाल तुहाडे दिमाग जिहड़ा है वो तेज हो जाएगा, तुहानूं याद रहना शुरू हो जाएगा। इहदे विच किन्नी नहीं ठीक है, सिर्फ बादाम खाने बहुत अच्छी गल है। ਉਹਦੇ ਵਿੱਚ ਵਿਟਾਮਿਨ ਈ ਵੀ ਹੁੰਦਾ, ਉਹ ਤੁਹਾਡੇ ਬ੍ਰੇਨ ਵਾਸਤੇ ਵੀ ਅੱਛਾ, ਤੁਹਾਡੀ ਸਕਿਨ ਦੇ ਉੱਤੇ ਗਲੋ ਆਉਂਦਾ, ਉਹ ਵੀ ਉਹਦੇ ਵਾਸਤੇ ਵੀ ਅੱਛਾ ਵਾ। ਹੋਰ ਬੜੇ ਉਹਦੇ ਫਾਇਦੇ ਆ, ਹਾਰਟ ਵਾਸਤੇ ਅੱਛਾ ਵਾ। ਤੇ ਇਸ ਕਰਕੇ ਇਕੱਲੇ ਬਾਦਾਮ ਖਾਣ ਨਾਲ ਵੇਖਾ ਜੀ ਜੇ ਮੈਮਰੀ ਸ਼ਾਰਪ ਹੁੰਦੀ ਤੇ ਬਾਦਾਮ ਤਾਂ ਬੜੇ ਈਜ਼ੀਲੀ ਅਵੇਲੇਬਲ ਹੈ ਔਰ ਬਹੁਤ ਸਾਰੇ ਲੋਕ ਖਾਂਦੇ ਆ, ਪਰ ਉਹ ਉਹਨਾਂ ਅਚੀਵ ਨਹੀਂ ਕਰ ਪਾਉਂਦੇ। ਸੋ ਮੈਂ ਜਿਹੜੀ ਗੱਲ ਕਹੂੰਗਾ ਉਹ ਇਹ ਹੈ ਕਿ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਨਾ ਸਾਨੂੰ ਆਪਣਾ ਇੱਕ ਪੈਸ਼ਨੇਟ ਸੁਪਨਾ ਲੱਭਣ ਦੇ ਵਿੱਚ ਲਗਾਉਣਾ ਚਾਹੀਦਾ ਕਿ ਮੈਂ ਜ਼ਿੰਦਗੀ ਚਾਹੁੰਦਾ ਕੀ ਹਾਂ। ਲੋਕ ਡਿਸਟਰੈਕਟਡ ਹੈ, ਕਿਸੇ ਨੂੰ ਦੇਖਿਆ ਕੁਛ ਉਹਦਾ ਪਸੰਦ ਆਇਆ, ਘਰ ਬਹੁਤ ਪਸੰਦ ਹੈ, ਕਿਸੇ ਨੂੰ ਦੇਖਿਆ ਇਹ ਬੋਲਦੇ ਬਹੁਤ ਵਧੀਆ, ਇਹ ਪਸੰਦ ਆ ਗਿਆ, ਕਿਸੇ ਨੂੰ ਦੇਖਿਆ ਕਿ ਵੀ ਇਹ ਦੇਖੋ ਇਹ ਕ੍ਰਿਕਟਰ ਬਹੁਤ ਅੱਛਾ, ਉਹ ਪਸੰਦ। ਸੋ ਅਸੀਂ ਸਾਰੀ ਉਮਰ ਆਪਣੇ ਗੋਲ ਰੋਜ਼ ਦੇ ਰੋਜ਼ ਚੇਂਜ ਕਰਦੇ ਜਾਂਦੇ ਹਾਂ। ਜੇ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਔਰ ਗੋਲ ਲੱਭਣਾ, ਆਪਣਾ ਸੁਪਨਾ ਲੱਭਣਾ ਸੌਖਾ ਕੰਮ ਨਹੀਂ ਹੈ। ਸਾਨੂੰ ਨਹੀਂ ਪਤਾ ਅਸੀਂ ਕੀ ਚਾਹੁੰਦੇ ਹਾਂ ਜ਼ਿੰਦਗੀ ਦੇ ਵਿੱਚ। ਮੈਂ ਕਈ ਵਾਰੀ ਦੇਖਿਆ ਕਿ ਲੋਕਾਂ ਨੂੰ ਮੈਂ ਇੱਕ ਟਾਈਮ ਟੇਬਲ ਹੀ ਬਣਾਉਣਾ, ਕਿਸੇ ਵੇਲੇ ਲੋਕਾਂ ਨੂੰ ਕਹਿੰਦਾ, ਪੁੱਛ ਕੇ ਬਣਾਉਣਾ, ਥੋੜ੍ਹੀ ਦੇਰ ਬਾਅਦ ਉਹਨਾਂ ਦਾ ਫੋਨ ਆ ਜਾਂਦਾ, ਨਹੀਂ ਸਰ ਮੈਨੂੰ ਉੱਦਾਂ ਦਾ ਚਾਹੀਦਾ ਸੀ, ਮੈਂ ਗਲਤੀ ਨਾਲ ਇਹ ਕਹਿ ਦਿੱਤਾ। ਲੋਕਾਂ ਨੂੰ ਪਤਾ ਹੀ ਨਹੀਂ ਮੈਨੂੰ ਕੀ ਚਾਹੀਦਾ। ਸੋ ਇਹ ਬੜੀ ਕਾਮਨ ਚੀਜ਼ ਹੈਗੀ ਆ ਕਿ ਲੋਕਾਂ ਨੂੰ ਪਤਾ ਨਹੀਂ। ਜੇ ਪਤਾ ਲੱਗ ਜਾਏ ਨਾ ਤੇ ਉਹ ਜਿਹੜੀ ਯੂਨੀਵਰਸਲ ਤਾਕਤ ਹੈ ਉਹ ਤੁਹਾਡੀ ਮਦਦ ਕਰਨ ਨੂੰ ਤਿਆਰ ਬੈਠੀ ਹੈ। ਉਹ ਸਾਰੀ ਉਮਰ ਤੁਹਾਡੀ ਵੇਟ ਕਰਦੀ ਹੈ ਕਿ ਕਿਹੜੇ ਵੇਲੇ ਇਹ ਪਰਸਨ ਪੂਰੀ ਤਰ੍ਹਾਂ ਕਲੀਅਰ ਹੋਵੇ ਮੈਂ ਕਿੱਧਰ ਜਾਣਾ ਤੇ ਮੈਂ ਇਹਦੀ ਹੈਲਪ ਕਰਾਂ। ਪਰ ਉਹ 98% ਲੋਕ ਕਦੀ ਕਲੀਅਰ ਹੀ ਨਹੀਂ ਹੋ ਪਾਉਂਦੇ। ਸੋ ਸਿਰਫ ਆਪਣੀ ਜ਼ਿੰਦਗੀ ਦੇ ਵਿੱਚ ਕਲੈਰਿਟੀ ਲਿਆਉਣ ਦੀ ਜ਼ਰੂਰਤ ਹੈ ਕਿ ਮੈਂ ਜ਼ਿੰਦਗੀ 'ਚ ਕਿੱਦਾਂ ਚਾਹੁੰਦਾ। ਜ਼ਿੰਦਗੀ 'ਚ ਇੰਨੀ ਵੈਰਾਈਟੀ ਹੈ ਨਾ, ਚੂਜ਼ ਕਰਨਾ ਮੁਸ਼ਕਿਲ ਹੈ। ਜਿਸ ਤਰ੍ਹਾਂ ਕਿ ਲੇਡੀਜ਼ ਨੂੰ ਸੂਟ ਦੇ ਵਿੱਚ ਚੂਜ਼ ਕਰਨਾ ਮੁਸ਼ਕਿਲ ਹੈ, ਅੱਜ ਕਿਹੜਾ ਪਾਵਾਂ, ਉਹੀ ਚੀਜ਼ ਹੈ ਇਹਦੇ ਵਿੱਚ ਹੈ ਕਿ ਜ਼ਿੰਦਗੀ 'ਚ ਇੰਨੀ ਵੈਰਾਈਟੀ ਹੈ, ਮੈਂ ਕਿੱਧਰ ਜਾਵਾਂ ਮੈਨੂੰ ਪਤਾ ਹੀ ਨਹੀਂ। ਉਸ ਦੇ ਉੱਤੇ ਵਰਕ ਕਰਨ ਔਰ ਜੇ ਉਹ ਕੰਮ ਤੁਸੀਂ ਕਰ ਗਏ ਕਿ ਆਪਣਾ ਸੁਪਨਾ ਲੱਭ ਲਿਆ, ਫਿਰ ਤੁਹਾਨੂੰ ਕਿਤੋਂ ਮੋਟੀਵੇਸ਼ਨ ਦੀ ਜ਼ਰੂਰਤ ਨਹੀਂ, ਕੁਛ ਜ਼ਰੂਰਤ ਨਹੀਂ। ਤੁਸੀਂ ਆਪਣੇ ਆਪ ਰਸਤਾ ਲੱਭ ਲਓਗੇ ਔਰ ਆਪਣੇ ਆਪ ਮੰਜ਼ਿਲ ਹਾਸਿਲ ਕਰ ਲਓਗੇ। ਚਾਹੇ ਤੁਹਾਨੂੰ ਕੁਛ ਵੀ ਨਹੀਂ ਪਤਾ ਮੈਂ ਉੱਥੇ ਪਹੁੰਚ ਸਕਦਾ ਕਿ ਨਹੀਂ, ਉਹ ਤੁਹਾਡੇ ਨਾਲ ਹੈ। ਬਿਲਕੁਲ ਠੀਕ, ਤਾਕਤ ਤੁਹਾਡੇ ਨਾਲ ਹੈ। ਉਹ ਤਾਕਤ ਨੂੰ ਕਿਸ ਤਰ੍ਹਾਂ ਹਾਸਿਲ ਕਰਨਾ ਉਹ ਇੱਕੋ ਹੀ ਵਰਡ ਦੇ ਵਿੱਚ ਹੈ, ਕਲੈਰਿਟੀ। ਔਰ ਦੂਸਰੀ, ਮਨ ਜੀਤੇ ਜਗ ਜੀਤ, ਕਿ ਮਨ ਨੂੰ ਜਿੱਤਣਾ। ਇਹ ਮਨ ਤੁਹਾਨੂੰ ਸਾਰਾ ਦਿਨ ਖਿਲਾਉਂਦਾ, ਤੁਹਾਨੂੰ ਨਹੀਂ ਪਤਾ। ਸਾਡੀ ਜ਼ਿੰਦਗੀ ਸਾਰੀ ਉਮਰ ਕੰਟਰੋਲ ਕਰਦਾ ਹੈ। ਆਰੋਗ ਜੀਵਨ ਤੁਹਾਡੇ ਪ੍ਰੋਗਰਾਮ ਦਾ ਨਾਮ ਹੈ ਤੇ ਅਸੀਂ ਬਿਨਾਂ ਰੋਗ ਤੋਂ ਜੀਵਨ ਚਾਹੁੰਦੇ ਹਾਂ ਤੇ ਸਿਰਫ ਹੈਲਦੀ ਖਾਣ ਨਾਲ ਇਹ ਗੱਲ ਨਹੀਂ ਬਣਨੀ। ਮਨ ਦੀ ਹੈਲਥ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਔਰ ਇਹ ਮਨ ਇੱਕ ਐਸਾ ਜਿੰਨ ਹੈ ਜਿਹੜਾ ਨਾ ਕੁਛ ਵੀ ਤੁਹਾਡੇ ਵਾਸਤੇ ਪੈਦਾ ਕਰ ਸਕਦਾ। ਜੇ ਇਹ ਤੁਹਾਡੇ ਉੱਤੇ ਡੋਮੀਨੇਟ ਕਰੇਗਾ ਤੇ ਇਹ ਉਹ ਪੈਦਾ ਕਰੇਗਾ ਜੋ ਉਹ ਚਾਹੁੰਦਾ। ਤੇ ਜੇ ਤੁਸੀਂ ਮਨ ਨੂੰ ਜਿੱਤ ਲਿਆ ਤੇ ਇਹ ਜਿੰਨ ਤੁਹਾਡੇ ਵਾਸਤੇ ਉਹ ਜ਼ਿੰਦਗੀ ਪੈਦਾ ਕਰ ਸਕਦਾ ਜੋ ਤੁਸੀਂ ਚਾਹੁੰਦੇ ਹੋ। ਇਹ ਚੀਜ਼ ਇੰਨੇ ਲੋਕ ਸੁਣਦੇ ਆ, ਪਰ मेरी ज़िंदगी जब बदलाव आया तो यह 4 शब्द ही है जिन्होंने करके मेरी ज़िंदगी बदलाव आया। और मैं हर इंसान को कहना चाहना कि मन जीते जग जीत, इनू काबू करने की कोशिश करो। ये एक दिन का काम नहीं हैगा और इनू तुसी काबू करने की कोशिश कदों करोगे। मैं अज कुछ बोलदा, कुछ लोगों ते असर होएगा, 2 दिन च असर खत्म हो जाएगा। तो कदों करोगे जदों तुहाडा सपना लभ गया ना, फिर तुहानू अपने आप ही सीख जाओगे की करना। रस्ता भी लभ लोगे और किताबां भी लभ लोगे, वीडियोज़ भी लभ लोगे, सब कुछ लभ लोगे। जी बिल्कुल। पर इस तो उल्ट कई बार ये हुंदा है कि जिहड़े लोग है वो मन हार जाते हैं, जिंदगी दी परेशानियां तो हार जाते हैं। इत्थों ही पैदा हुंदा है स्ट्रैस,
ਟੈਨਸ਼ਨ ਡਿਪਰੈਸ਼ਨ Yes. ਤੇ ਜਦੋਂ ਸਟ੍ਰੈਸ ਹੋ ਜਾਏ ਜਾਂ ਟੈਨਸ਼ਨ ਜਾਂ ਹੋਰ ਵੱਧ ਗਿਆ ਤੇ ਡਿਪਰੈਸ਼ਨ ਤੱਕ ਪਹੁੰਚ ਗਏ ਤੇ ਮੈਮਰੀ ਤੇ ਕਿੰਨਾ ਮਾੜਾ ਅਸਰ ਪੈਂਦਾ ਉਹਦਾ? ਬਹੁਤ ਜ਼ਿਆਦਾ ਜੀ। ਲੰਬੇ ਸਮੇਂ ਤੱਕ ਜੇ ਤੁਸੀਂ ਸਟ੍ਰੈਸ ਦੇ ਵਿੱਚ ਰਹੋਗੇ ਤੇ ਮੈਮਰੀ ਤੇ ਬਹੁਤ ਹੀ ਮਾੜਾ ਅਸਰ ਪਏਗਾ ਲੰਬੇ ਸਮੇਂ ਤੱਕ। ਅਦਰਵਾਈਜ਼ ਸਾਡਾ ਬ੍ਰੇਨ ਜਿਹੜਾ ਵਾ ਉਹ ਛੋਟੇ-ਮੋਟੇ ਸਟ੍ਰੈਸਸ ਨੂੰ, ਟੈਂਪਰੇਰੀ ਸਟ੍ਰੈਸਸ ਨੂੰ ਝੱਲਣ ਲਈ ਬਣਿਆ ਹੋਇਆ ਵਾ। ਉਹ ਇੰਨਾ ਕੋ ਪ੍ਰੈਸ਼ਰ ਹੈਂਡਲ ਕਰ ਲੈਂਦਾ, ਔਰ ਹਰ ਇੱਕ ਦਾ ਪ੍ਰੈਸ਼ਰ ਹੈਂਡਲ ਕਰਨ ਦੀ ਕੈਪੈਸਿਟੀ ਅਲੱਗ-ਅਲੱਗ ਹੈ। ਔਰ ਉਹ ਕੈਪੈਸਿਟੀ ਕਿਹੜੀ ਚੀਜ਼ ਤੇ ਡਿਪੈਂਡ ਕਰਦੀ ਹੈ, ਤੁਸੀਂ ਕਿਹੜੇ ਪਰਿਵਾਰ 'ਚੋਂ ਬਹੁਤ ਮੈਟਰ ਕਰਦਾ। ਤੁਸੀਂ ਉਸ ਪਰਿਵਾਰ ਦੇ ਵਿੱਚ ਤੁਹਾਡਾ ਬਚਪਨ ਕਿੱਦਾਂ ਦਾ ਬੀਤਿਆ, ਜ਼ਿੰਦਗੀ ਦੇ ਪਹਿਲੇ 7 ਸਾਲ ਬੜੇ ਇੰਪੋਰਟੈਂਟ ਹੁੰਦੇ ਆ। ਉਹ 7 ਸਾਲ ਦੇ ਵਿੱਚ ਸਾਡਾ ਜਿਹੜਾ ਬ੍ਰੇਨ ਹੈ ਉਹ ਡਾਊਨਲੋਡ ਕਰਦਾ ਡਾਟਾ, ਔਰ ਸੌਫਟਵੇਅਰ ਪ੍ਰੋਗਰਾਮ ਬਣਦਾ ਚਲਾ ਜਾਂਦਾ ਸਾਡੇ ਬ੍ਰੇਨ ਦੇ ਵਿੱਚ। ਔਰ ਉਹ ਜਿਹੜਾ 7 ਸਾਲ ਦੇ ਵਿੱਚ ਪਹਿਲੇ 7 ਸਾਲ 'ਚ ਡਾਊਨਲੋਡ ਹੋਇਆ ਡਾਟਾ ਨਾ, ਉਹ ਸਾਡੀ ਜ਼ਿੰਦਗੀ ਨੂੰ ਸਾਰੀ ਉਮਰ 95% ਤੱਕ ਕੰਟਰੋਲ ਕਰਦਾ। ਔਰ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਆਪ ਜੀ ਰਹੇ ਹਾਂ ਨਾ, ਉਹ ਇਫੈਕਟ ਜਿਹੜਾ ਬਚਪਨ ਦਾ ਉਹ ਅੱਜ ਵੀ ਤੁਹਾਡੇ ਉੱਤੇ ਹੈਗਾ, ਹਰ ਇਨਸਾਨ ਦੇ ਉੱਤੇ ਰਹਿੰਦਾ ਵਾ। ਸੋ ਇਸ ਕਰਕੇ ਸਟ੍ਰੈਸ ਨੂੰ ਝੱਲਣ ਦੀ ਕੈਪੈਸਿਟੀ ਹਰ ਇੱਕ ਦੀ ਅਲੱਗ-ਅਲੱਗ ਹੋਏਗੀ, ਉਹਦੀ ਪ੍ਰੋਗਰਾਮਿੰਗ ਕਿੱਦਾਂ ਦੀ ਹੈਗੀ ਹੈ, ਰਾਈਟ। ਸੋ ਉਸ ਟਾਈਮ ਦੇ ਉੱਤੇ ਜਦੋਂ ਇੱਕ ਬੱਚਾ ਪੈਦਾ ਹੋਇਆ ਔਰ ਉਹਦੇ ਪਹਿਲੇ 7 ਸਾਲ ਜੇ ਅਸੀਂ ਉਹਨੂੰ ਕੰਟਰੋਲਡ ਵੇ ਦੇ ਨਾਲ ਸਿਖਾਇਆ ਜਾਵੇ, ਪਹਿਲਾਂ ਪੇਰੈਂਟਸ ਨੂੰ ਮੋਟੀਵੇਟ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਕੀ ਪੜ੍ਹਨਾ, ਕੀ ਸਿਖਾਉਣਾ। ਤੇ ਜੇ ਤੁਸੀਂ ਆਪਣੇ ਘਰ ਦਾ ਕਲਚਰ ਸਿਖਾਤਾ, ਫਿਰ ਤੁਸੀਂ ਉਹਨੂੰ ਤਿਆਰ ਕਰਤਾ ਕਿ ਵੀ ਤੂੰ ਇੰਨਾ ਕੀ ਕਰੇਗਾ ਜ਼ਿੰਦਗੀ ਜਿੰਨਾ ਕਿ ਸਾਡੇ ਪਰਿਵਾਰ 'ਚ ਹੁੰਦਾ। ਇਸੇ ਕਰਕੇ ਜਿਹੜਾ ਇੱਕ ਨੌਕਰੀ ਪੇਸ਼ਾ ਲਾਈਫ ਫੈਮਿਲੀ 'ਚ ਪੈਦਾ ਹੁੰਦਾ, ਉਹ ਮੋਸਟਲੀ 95% ਲੋਕ ਜਿਹੜੇ ਨੌਕਰੀ ਪੇਸ਼ਾ ਹੀ ਰਹਿ ਜਾਂਦੇ ਆ। ਅਨਲੈਸ ਤੁਸੀਂ ਇਸ ਚੀਜ਼ ਨੂੰ ਸਮਝ ਜਾਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਉਹ ਤੇ ਮੇਰਾ ਬਚਪਨ ਦਾ ਪ੍ਰੋਗਰਾਮ ਸੀ, ਅੱਜ ਤੇ ਮੈਂ ਵੱਡਾ ਹੋ ਗਿਆ। ਉਸ ਫੈਮਿਲੀ ਦੇ ਵਿੱਚ ਤੇ ਕਿਸੇ ਨੇ ਇਹ ਸੁਪਨਾ ਅੱਜ ਤੱਕ ਲਿਆ ਨਹੀਂ, ਨਾ ਪੂਰਾ ਕੀਤਾ। ਮੈਂ ਇਹ ਸੁਪਨਾ ਲਿਆ ਵਾ ਤੇ ਮੈਨੂੰ ਆਪਣਾ ਪ੍ਰੋਗਰਾਮ ਚੇਂਜ ਕਰਨਾ ਪਏਗਾ ਅੰਦਰਲਾ, ਔਰ ਉਹ ਪ੍ਰੋਗਰਾਮ ਨੂੰ ਮੈਂ ਚੇਂਜ ਕਰਨ ਦੀ ਬਹੁਤ ਕੋਸ਼ਿਸ਼ ਕਰਦਾ ਰਿਹਾ। ਉਹਦੇ ਵਾਸਤੇ ਮੇਰੀ ਐਫਰਟ ਲੱਗੀ। ਬਾਹਰ ਮੈਨੂੰ ਕੁਝ ਨਹੀਂ ਕਰਨਾ ਪਿਆ, ਬਾਹਰ ਹਾਲਾਤ ਆਪਣੇ ਆਪ ਬਦਲਦੇ ਚਲੇ ਜਾਂਦੇ ਆ। ਆਪਰਚੁਨਿਟੀਜ਼ ਤੁਹਾਡੇ ਸਾਹਮਣੇ ਆਉਂਦੀਆਂ, ਫੋਨ ਆਉਂਦਾ, ਈਮੇਲ ਆਉਂਦੀ ਆ, ਔਰ ਤੁਹਾਡੇ ਸਾਹਮਣੇ ਰਸਤੇ ਖੁੱਲਦੇ ਚਲੇ ਜਾਂਦੇ ਆ, ਬਸ ਸਿਰਫ ਔਰ ਸਿਰਫ ਜੇ ਤੁਸੀਂ ਆਪਣੀ ਸੋਚ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਓ। ਜੀ ਬਿਲਕੁਲ, ਤੁਸੀਂ ਬਹੁਤ ਵਧੀਆ ਗੱਲਾਂ ਡਾਕਟਰ ਕੁੰਵਰ ਰਾਜੀਵ ਸਾਨੂੰ ਦੱਸ ਰਹੇ ਹੋ। ਤੇ ਇੱਕ ਮੈਂ ਘਰ ਦੀ ਗੱਲ ਕਰਾਂਗੀ, ਹੁਣ ਘਰ ਦੇ ਵਿੱਚ ਔਰਤਾਂ ਦੀ ਖਾਸ ਤੌਰ ਤੇ ਮੈਂ ਗੱਲ ਕਰਾਂਗੀ। ਉਹਨਾਂ ਨੂੰ ਇਹ ਸਮੱਸਿਆ ਬਹੁਤ ਆਉਂਦੀ ਹੈ ਕਿ ਅਕਸਰ ਚੀਜ਼ਾਂ ਕਿਤੇ ਰੱਖੀਆਂ ਭੁੱਲ ਗਈ। ਜੇ ਚਾਬੀ ਦੀ ਮੈਂ ਗੱਲ ਕਰਾਂ ਨਾ, ਚਾਬੀ ਕਿਤੇ ਰੱਖੀ ਭੁੱਲ ਜਾਂਦੇ ਆ, ਲੱਭਦੀ ਨਹੀਂ, ਫਿਰ ਚਾਬੀ ਲੱਭਣ ਨੂੰ ਕਿੰਨੇ ਦਿਨ ਲੱਗ ਜਾਂਦੇ ਆ। ਇਸੇ ਤਰ੍ਹਾਂ ਸਵਿਚ ਬੰਦ ਕੀਤਾ ਹੈ ਕਿ ਨਹੀਂ ਭੁੱਲ ਜਾਂਦਾ ਹੈ, ਗੈਸ ਬੰਦ ਕੀਤੀ ਹੈ ਕਿ ਨਹੀਂ, ਭਾਵੇਂ ਬੰਦ ਹੀ ਕੀਤੀ ਹੋਏ, ਪਰ ਦਿਮਾਗ 'ਚ ਉਹ ਡਾਊਟ ਜਿਹੜੇ ਆ ਉਹ ਚੱਲਦੇ ਰਹਿੰਦੇ, ਮੈਂ ਕੰਮ ਕੀਤਾ ਹੈ ਕਿ ਨਹੀਂ ਕੀਤਾ। ਇਸ ਪਰੇਸ਼ਾਨੀ ਤੋਂ, ਇਸ ਉਲਝਣ ਤੋਂ ਕਿੱਦਾਂ ਨਿਕਲਿਆ ਜਾਵੇ? ਜੀ ਬਿਲਕੁਲ ਸਹੀ ਸਵਾਲ ਹੈ ਜੀ, ਔਰ ਅੱਛਾ ਕੀਤਾ ਤੁਸੀਂ ਪੁੱਛ ਲਿਆ। ਤੁਹਾਡੀ ਆਡੀਅנס ਨੂੰ ਬੜਾ ਫਾਇਦਾ ਹੋਏਗਾ। ਧਿਆਨ ਨਾਲ ਸਾਰੇ ਸੁਣ ਲਿਓ ਕਿ ਅੱਜ ਤੋਂ ਬਾਅਦ ਭੁੱਲ ਜਾਓਗੇ ਜੇ ਤੁਸੀਂ ਇਹਨੂੰ ਧਿਆਨ ਨਾਲ ਫੋਲੋ ਕਰ ਲਿਆ। ਇਹਦੀ ਵੀ ਪ੍ਰੈਕਟਿਸ ਕਰਨੀ ਪਏਗੀ, ਕੋਈ ਜਾਦੂ ਦੀ ਛੜੀ ਨਹੀਂ ਹੈਗੀ। ਕਿ ਅਕਸਰ ਅਸੀਂ ਭੁੱਲਣ ਦੀ ਬਿਮਾਰੀ ਦੇ ਸ਼ਿਕਾਰ ਹੁੰਦੇ ਹਾਂ, ਔਰ ਅਸੀਂ ਬਾਰ-ਬਾਰ ਇਹਨੂੰ ਬੋਲਦੇ ਵੀ ਹਾਂ ਕਿ ਮੈਂ ਤਾਂ ਯਾਦ ਹੀ ਨਹੀਂ ਰਹਿੰਦਾ ਕੁਝ ਵੀ, ਮੈਂ ਜੋ ਮਰਜ਼ੀ ਭੁੱਲ ਹੀ ਜਾਂਦੀ ਹਾਂ, ਚੇਤਾ ਹੀ ਨਹੀਂ ਰਹਿੰਦਾ, ਪੰਜਾਬੀ ਚੇਤਾ ਹੀ ਨਹੀਂ ਰਹਿੰਦਾ। ਇਹ ਬਹੁਤ ਦਿਲ ਨਾਲ ਅਸੀਂ ਬੋਲਦੇ ਹਾਂ। ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਮੈਂ ਹਮੇਸ਼ਾ ਕਹਿੰਦਾ ਕਿ ਇਹ ਬੋਲਣਾ ਛੱਡ ਦਿਓ ਤੇ ਉਹਦੀ ਥਾਂ ਤੇ ਪੋਜ਼ਿਟਿਵ ਸੈਂਟੈਂਸ ਪਾ ਲਓ ਕਿ ਮੈਂ ਜੋ ਪੜ੍ਹਾ ਮੈਨੂੰ ਯਾਦ ਹੋ ਜਾਂਦਾ ਫਟਾਫਟ। ਮੈਂ ਕੁਝ ਵੀ ਪੜ੍ਹਦੀ ਹਾਂ, ਮੇਰੀ ਕੌਨਸੈਂਟਰੇਸ਼ਨ ਬਹੁਤ ਬਿਹਤਰ ਹੋ ਰਹੀ ਜਾ ਰਹੀ ਦਿਨ ਬ ਦਿਨ। ਇਹੋ ਜਿਹੇ ਸੈਂਟੈਂਸ ਕਿਉਂ ਨਹੀਂ ਬੋਲਦੇ ਆਪਾਂ? ਉਹ ਕਿਉਂ ਨਹੀਂ ਬੋਲ ਪਾ ਰਹੇ? ਕਿਉਂਕਿ ਉਹ ਬਚਪਨ ਦੀ ਪ੍ਰੋਗਰਾਮਿੰਗ ਸਾਨੂੰ ਕੰਟਰੋਲ ਕਰਦੀ ਪਈ ਹੈ। ਅੱਜ ਤੁਸੀਂ ਬਦਲੋਗੇ ਤੇ ਉਹ ਤੁਹਾਨੂੰ ਫਿਰ ਵਾਪਸ ਲੈ ਕੇ ਜਾਣ ਦੀ ਕੋਸ਼ਿਸ਼ ਕਰੇਗੀ। ਉਹ ਬੜਾ ਸਟਰੋਂਗ ਪ੍ਰੋਗਰਾਮ ਹੈਗਾ ਵਾ, ਉਹ ਚੇਂਜ ਕਰਨਾ ਔਖਾ ਹੁੰਦਾ ਵਾ। ਸੋ ਅੱਜ ਤੋਂ ਬਾਅਦ ਕਹਿਣਾ ਸ਼ੁਰੂ ਕਰ ਦਿਓ, ਮੈਨੂੰ ਤਾਂ ਜੋ ਪੜਾ ਮੈਨੂੰ ਯਾਦ ਹੋ ਜਾਂਦਾ। ਮੈਂ ਹੈਰਾਨ ਹੋ ਗਿਆ, ਮੇਰੀ ਤੇ ਮੈਮਰੀ ਬੜੀ ਸ਼ਾਰਪ ਹੁੰਦੀ ਜਾ ਰਹੀ। ਦਿਲੋਂ ਬੋਲਣਾ, ਦਿਲੋਂ, ਵਰਡਸ ਨਹੀਂ, ਸਿਰਫ ਦਿਲੋਂ, ਇੱਥੋਂ ਅੰਦਰੋਂ ਆਵਾਜ਼ ਨਿਕਲਣੀ ਚਾਹੀਦੀ ਕਿ ਮੈਂ ਜੋ ਵੀ ਯਾਦ ਕਰ। ਪਹਿਲੇ ਦਿਨ ਤੁਹਾਨੂੰ ਲੱਗੇਗਾ ਮੈਂ ਡਰਾਮਾ ਕਰ ਰਿਹਾ, ਦੂਜੇ ਕੁ ਦਿਨ ਫਿਰ ਹੌਲੀ ਹੌਲੀ ਇਹ ਸਿੱਖ ਜਾਏਗਾ ਕਿ ਯੈਸ ਇਹਨੂੰ ਸਭ ਕੁਝ ਯਾਦ ਹੁੰਦਾ। ਬਾਕੀ ਕੰਮ ਇਹਦਾ ਵਾ, ਇਹਨੂੰ ਟ੍ਰੇਨ ਕਰ ਦਿਓ ਨਾ, ਇਹਨੇ ਮੈਮਰੀ ਤੁਹਾਨੂੰ ਆਪਣੇ ਆਪ ਹੀ ਯਾਦ ਕਰਾਉਣਾ ਸ਼ੁਰੂ ਕਰ ਦੇਣਾ। ਹੁਣ ਇਹ ਭੁੱਲਣ ਦੀ ਬਿਮਾਰੀ ਜਿਹੜੀ ਆ, ਮੈਂ ਘਰੋਂ ਨਿਕਲਿਆ ਤੇ ਤਾਲਾ ਲਾਇਆ ਨਹੀਂ, ਪੈਨ ਕਿੱਥੇ ਰੱਖਤਾ, ਮੇਰੇ ਗੋਗਲਸ ਕਿੱਥੇ, ਮੇਰੀ ਟਾਈ ਕਿੱਥੇ ਹੈ, ਮੈਂ ਸ਼ੂਜ਼ ਕਿੱਥੇ ਰੱਖਤੇ। ਵੈਸੇ ਤਾਂ ਥੋੜਾ ਲਾਈਫ ਨੂੰ ਆਰਗੇਨਾਈਜ਼ ਕਰ ਲੈਣਾ ਚਾਹੀਦਾ, ਹਰ ਚੀਜ਼ ਸਹੀ ਥਾਂ ਤੇ ਰੱਖੋ। ਜਿਸ ਤਰ੍ਹਾਂ ਸਾਡੇ ਮਦਰ ਕਹਿੰਦੇ ਹੁੰਦੇ ਆ ਕਿ ਮੈਂ ਤਾਂ ਇਦਾਂ ਚੀਜ਼ਾਂ ਰੱਖਦੀਆਂ ਕਿ ਹਨੇਰੇ 'ਚ ਵੀ ਲੱਭ ਲੈਂਦੀ ਹਾਂ, ਕਹਿੰਦੇ ਨਾ ਸਾਡੀਆਂ ਮਦਰਸ ਕਹਿੰਦੇ ਅਕਸਰ। ਮੇਰੇ ਮਦਰ ਵੀ ਇਹੀ ਕਹਿੰਦੇ, ਮੈਂ ਤਾਂ ਹਨੇਰੇ 'ਚ ਲੱਭ ਲੈਂਦੀ ਹਾਂ। ਤੇ ਜੇ ਚੀਜ਼ ਜ਼ਰਾ ਇੱਧਰ ਹੋ ਜਾਏ ਉਹ ਥੋੜਾ ਇਰੀਟੇਟ ਹੋ ਜਾਂਦੇ ਵੀ ਤੁਸੀਂ ਠੀਕ ਤਰ੍ਹਾਂ ਕਿਉਂ ਨਹੀਂ ਰੱਖਦੇ। ਸਾਨੂੰ ਵੀ ਉਹੀ ਆਦਤਾਂ ਪੈ ਗਈਆਂ। ਪਰ ਜੇ ਤੁਸੀਂ ਇਹੋ ਜਿਹੀ ਆਦਤ ਨਹੀਂ ਹੈਗੀ, ਤੁਸੀਂ ਭੁੱਲਦੇ ਹੋ, ਤੇ ਥੋੜਾ ਜਿਹਾ ਸਮਝ ਕੇ ਚੱਲੀਏ ਤੇ ਜ਼ਿਆਦਾ ਵਧੀਆ ਕਿ ਸਾਡਾ ਬ੍ਰੇਨ ਕੁਝ ਵੀ ਯਾਦ ਕਰਦਾ ਉਹ 3 ਸਟੈਪਸ ਦੇ ਵਿੱਚ ਯਾਦ ਰੱਖਦਾ। ਇੱਕ ਹੁੰਦਾ ਰਜਿਸਟਰ, ਦੂਸਰਾ ਰਿਵਾਈਜ਼ ਤੇ ਤੀਸਰਾ ਰੀਕਾਲ। ਰਜਿਸਟਰ ਦਾ ਮਤਲਬ ਕਿ ਮੈਂ ਲੌਕ ਲਾ ਰਿਹਾ ਘਰ ਨੂੰ, ਮੇਰਾ ਧਿਆਨ ਕਿਤੇ ਹੋਰ ਚੱਲ ਰਿਹਾ, ਉਹ ਮੈਂ ਉੱਥੋਂ ਪੈਟਰੋਲ ਪਾਉਣਾ, ਫਿਰ ਮੈਂ ਉੱਥੇ ਜਾਣਾ, ਜਾਂ ਮੈਂ ਆਪਣੇ ਕੰਮ ਚੱਲਿਆ ਉੱਥੇ ਇਹ ਕੰਮ ਕਰਨਾ, ਤਾਂ ਇੱਧਰੋਂ ਲੌਕ ਲੱਗ ਰਿਹਾ। ਹੁਣ ਉਹ ਜਦੋਂ ਤੁਸੀਂ ਲੌਕ ਲਾ ਰਹੇ ਹੋ, ਸੋਚ ਕਿਤੇ ਹੋ ਰਿਹਾ, ਉਹ ਰਜਿਸਟਰ ਹੀ ਨਹੀਂ ਹੋਇਆ ਦਿਮਾਗ ਦੇ ਵਿੱਚ। ਜੇ ਰਜਿਸਟਰ ਨਹੀਂ ਹੋਇਆ ਤੇ ਅਗਲੇ 2 ਸਟੈਪ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਨਾ, ਤੁਹਾਨੂੰ ਕਦੀ ਯਾਦ ਆ ਜਾਣਗੇ। ਸੋ ਜਦੋਂ ਤੁਸੀਂ ਕੋਈ ਕੰਮ ਕਰੋ 2 ਸੈਕਿੰਡ ਲਈ ਉਹਦੇ ਵੱਲ ਦੇਖੋ, ਤਾਲਾ ਲਗਾਇਆ,
2 ਸੈਕਿੰਡ ਉਹਦੇ ਵੱਲ ਦੇਖਣਾ, ਫਿਰ ਆਪਣਾ 2 ਸੈਕਿੰਡ ਹੁੰਦੇ ਕੀ ਆ, ਸਿਰਫ ਇਹ 2 ਸੈਕਿੰਡ ਹੈਬਿਟ। ਕਿਤੇ ਪੈਨ ਰੱਖਿਆ 2 ਸੈਕਿੰਡ ਉਹਦੇ ਵੱਲ ਦੇਖੋ, ਤੁਸੀਂ ਕੋਟ ਟੰਗਿਆ ਕਿਤੇ 2 ਸੈਕਿੰਡ, ਆਪਣੇ ਸੂਟ ਟੰਗੇ, ਈਵਨ ਸੀਜ਼ਨ 'ਚ ਤੁਸੀਂ ਕੱਪੜੇ ਰੱਖਦੇ ਹੋ ਤੇ 6 ਮਹੀਨੇ ਬਾਅਦ ਕੱਢਣੇ ਹੁੰਦੇ, ਸੀਜ਼ਨ ਚੇਂਜ ਹੁੰਦਾ, ਜਦੋਂ ਤੁਸੀਂ ਕੱਪੜੇ ਰੱਖ ਰਹੇ ਹੋ ਤੇ ਉਹਦੇ ਵੱਲ ਧਿਆਨ ਨਾਲ ਦੇਖੋ ਮੈਂ ਕਿੱਥੇ ਕੀ ਰੱਖ ਰਹੀ ਹਾਂ, ਐਂਡ ਤੁਹਾਨੂੰ ਕਦੀ ਜ਼ਿੰਦਗੀ 'ਚ ਭੁੱਲੇਗਾ ਹੀ ਨਹੀਂ। 2 ਸੈਕਿੰਡ ਅਪਰੋਚ ਇਜ਼ ਵੈਰੀ ਵੈਰੀ ਇੰਪੋਰਟੈਂਟ। ਹਰ ਕੰਮ ਜਿਹੜਾ ਤੁਸੀਂ ਕੀਤਾ 2 ਸੈਕਿੰਡ ਲਈ ਕੀਤਾ, ਰਜਿਸਟਰ ਹੋ ਗਿਆ। ਹੁਣ ਰਜਿਸਟਰ ਹੋ ਗਿਆ ਤੇ ਰਿਵਾਈਜ਼ ਆਟੋਮੈਟਿਕਲੀ, ਜਦੋਂ ਅੱਜ ਮੈਂ ਸਵੇਰੇ ਕਿਹੜੇ ਕੰਮ ਕੀਤੇ ਸੀ ਰਿਵਾਈਜ਼ ਹੋ ਗਿਆ, ਤੇ ਉਸ ਤੋਂ ਬਾਅਦ ਜਦੋਂ ਤੁਸੀਂ 6 ਮਹੀਨੇ ਬਾਅਦ ਰਿਕਾਲ ਕਰੋਗੇ, ਯਾਦ ਕਰਨ ਦੀ, ਉਹ ਆਪਣੇ ਆਪ ਹੀ ਯਾਦ ਹੋ ਜਾਏਗਾ। ਯਾਨੀ ਮਤਲਬ ਰਿਵੀਜ਼ਨ ਵੀ ਜ਼ਰੂਰੀ ਹੈ। ਰਿਵੀਜ਼ਨ ਬਹੁਤ ਜ਼ਰੂਰੀ ਹੈਗੀ ਹੈ। ਰਿਵੀਜ਼ਨ ਤੋਂ ਬਿਨਾ ਜਿਹੜੀ ਮੈਂ ਗੱਲ ਕੀਤੀ ਸ਼ਾਰਟ ਟਰਮ ਮੈਮਰੀ ਤੋਂ ਲੌਂਗ ਟਰਮ ਮੈਮਰੀ ਲੈ ਕੇ ਜਾਂਦੇ ਆ, ਅਸੀਂ ਜਦੋਂ ਕੋਈ ਚੀਜ਼ ਪੜ੍ਹ ਲੈਂਦੇ ਆ ਤੇ ਬੱਚੇ ਸੋਚਦੇ ਮੇਰਾ ਕੰਮ ਹੋ ਗਿਆ, ਨਹੀਂ ਕੰਮ ਨਹੀਂ ਹੋਇਆ। ਉਹਨੂੰ ਤੁਸੀਂ ਰਿਵਾਈਜ਼ ਕਰੋ, ਔਰ ਉਹਦਾ ਫਾਰਮੂਲਾ ਮੈਂ ਅਕਸਰ ਹੀ ਦੱਸਦਾ ਹੁੰਦਾ ਵਾ, 0 1 7 30 90 180। ਇਹ ਫਾਰਮੂਲਾ ਯਾਦ ਰੱਖਣਾ, 0 1 7 30 90 180, ਕਿ ਜੋ ਤੁਸੀਂ ਅੱਜ ਪੜ੍ਹਿਆ ਉਹਨੂੰ ਅਗਲੇ ਦਿਨ ਫਿਰ, ਪਹਿਲਾਂ ਤੇ ਉਸੇ ਦਿਨ ਸ਼ਾਮ ਨੂੰ ਰਿਵਾਈਜ਼ ਕਰੋ। ਪੜ੍ਹਨ ਨੂੰ 40 ਮਿੰਟ ਲੱਗਦੇ, ਰਿਵਾਈਜ਼ ਕਰਨ ਨੂੰ 5 ਤੋਂ 10 ਮਿੰਟ ਲੱਗਦੇ। ਅਗਲੇ ਦਿਨ ਫਿਰ ਰਿਵਾਈਜ਼ ਕਰੋ, ਫਿਰ 7ਵੇਂ ਦਿਨ ਕਰ ਲਓ, ਫਿਰ 30ਵੇਂ ਦਿਨ। ਇਹ ਸਾਰਾ ਕਾਪੀ ਤੇ ਲਿਖ ਕੇ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿਹੜੇ ਆਰਟੀਕਲ ਦਾ ਕਿਹੜਾ ਦਿਨ ਆ ਗਿਆ। ਤੇ ਜੇ ਤੁਸੀਂ ਇਦਾਂ ਕਰ ਲਓ ਤੇ ਮੈਂ ਕਹਿੰਦਾ ਜਿਹੜੀਆਂ ਚੀਜ਼ਾਂ ਨਹੀਂ ਵੀ ਸਮਝ ਆਉਂਦੀਆਂ, ਕਈ ਥਾਵਾਂ ਤੇ ਰੱਟੇ ਵੀ ਲਾਣੇ ਪੈਂਦੇ ਆ, ਉਹ ਤੁਹਾਡੇ ਆਪਣੇ ਆਪ ਦਿਮਾਗ ਦੇ ਵਿੱਚ ਲੌਂਗ ਟਰਮ ਮੈਮਰੀ ਚਲਾ ਜਾਏਗਾ। ਇਹਨੂੰ ਇੱਕ ਵਾਰੀ ਫੇਰ ਦੱਸੀਏ, 0 1 7 30 90 180, 0 1 7 30 90 180। ਜੇ ਐਨੂਅਲ ਸਿਸਟਮ ਹੈ ਤੇ 180 ਦਿਨ ਹੋਣਗੇ, ਤੇ ਜੇ ਸਮੈਸਟਰ ਸਿਸਟਮ ਤੱਕ ਚਾਹੁੰਦੇ ਹੋ ਤੇ ਫਿਰ 90 ਦਿਨਾਂ 'ਚ ਸਾਡਾ ਜ਼ਰੂਰ ਹੋ ਜਾਂਦਾ ਕੰਮ। ਤਾਂ ਉਹਨਾਂ ਨੂੰ ਜਦੋਂ ਤੁਸੀਂ ਬਾਰ-ਬਾਰ ਰਿਵਾਈਜ਼ ਕਰਦੇ ਹੋ ਨਾ, ਇੱਕ ਵਾਰੀ ਰਿਵਾਈਜ਼ ਕੀਤਾ, ਪਹਿਲਾਂ ਸਪੋਜ਼ ਟੀਚਰ ਨੇ ਪੜਾਇਆ, ਤੁਹਾਡੇ ਦਿਮਾਗ 'ਚੋਂ 100% ਮੈਮਰੀ ਹੋ ਗਈ, ਸ਼ਾਮ ਤੱਕ ਹੁੰਦੇ ਹੁੰਦੇ ਉਹਨੇ 60-70% ਰਹਿ ਜਾਣਾ, ਤੇ ਤੁਸੀਂ ਸ਼ਾਮੀ ਫਿਰ ਰਿਵਾਈਜ਼ ਕਰ ਲਿਆ, ਉਹ ਫਿਰ 100% ਚਲੀ ਗਈ। ਅਗਲੇ ਦਿਨ ਤੱਕ ਉਹਨੇ ਫਿਰ 15-20-30% ਡਾਊਨ ਆਣਾ, ਤਾਂ ਅਗਲੇ ਦਿਨ ਫਿਰ ਰਿਵਾਈਜ਼ ਕਰ ਲਿਆ, ਤੁਸੀਂ ਦੇਖੋਗੇ ਥੋੜਾ ਜਿਹਾ ਭੁੱਲਿਆ ਹੋਏਗਾ, ਤੁਸੀਂ ਫਿਰ ਇੱਕ ਵਾਰੀ ਪੜ੍ਹ ਲਿਆ, ਉਹ 100% ਹੋ ਗਈ। ਫਿਰ 7ਵੇਂ ਦਿਨ ਕਰੋ, ਫਿਰ 100%, ਫਿਰ 30th ਡੇ ਤੇ 90th ਡੇ ਤੁਹਾਡੇ ਪੇਪਰ ਆ ਗਏ। ਉਹ ਸਾਰਾ ਕੁਝ ਤੁਸੀਂ ਦੇਖੋਗੇ, ਜੇ ਇਸ ਤਰੀਕੇ ਨਾਲ ਆਪਣੇ ਸਾਰੇ ਟੌਪਿਕ ਰਿਵਾਈਜ਼ ਕਰ ਲਓ ਤੇ ਪੇਪਰਾਂ ਦੇ ਨੇੜੇ ਆਮ ਤੌਰ ਤੇ ਕੀ ਹੁੰਦਾ, ਬੱਚਿਆਂ ਨੂੰ ਮੈਨੂੰ ਆ ਵੀ ਨਹੀਂ ਆਉਂਦਾ, ਮੈਨੂੰ ਆ ਵੀ ਨਹੀਂ ਆਉਂਦਾ, ਮੈਨੂੰ ਆ ਵੀ ਨਹੀਂ ਆਉਂਦਾ, ਟੈਨਸ਼ਨ, ਫਿਰ ਬੁਖਾਰ ਤੇ ਕਈ ਕੁਝ ਹੁੰਦਾ। ਤੇ ਜੇ ਤੁਸੀਂ ਇਹ ਸਿਸਟਮ ਅਡਾਪਟ ਕਰ ਲਓ ਨਾ, ਸਿਸਟਮ ਅਡਾਪਟ ਕਰਨਾ ਵੀ ਸੌਖਾ ਨਹੀਂ ਹੈ, ਕਿਉਂਕਿ ਲੋਕੀ ਤਾਂ ਕਿਸੇ ਦੇ ਕਹੇ ਦੇ ਉੱਤੇ ਆਪਣੇ ਹੇਅਰ ਸੈਲੂਨ ਨਹੀਂ ਬਦਲਦੇ, ਤੇ ਇਹ ਹੈਬਿਟ ਕਿੱਥੋਂ ਬਦਲ ਲੈਣੀ ਹੈ। ਇਹ ਸਭ ਤੋਂ ਔਖਾ ਤੇ ਉਹੀ ਆ, ਵਾਰਿਸ ਸ਼ਾਹ ਨਹੀਂ ਜਾਂਦੀਆਂ ਆਦਤਾਂ, ਹੈ ਨਾ। ਤਾਂ ਉਹ ਆਦਤਾਂ ਜਿਹੜੀਆਂ, ਅਸੀਂ ਆਦਤਾਂ ਦੇ ਗੁਲਾਮ ਹੋਏ ਪਏ ਆ, ਤੇ ਆਦਤਾਂ ਨੂੰ ਗੁਲਾਮੀ ਤੋਂ ਬਾਹਰ ਨਿਕਲਣ ਨੂੰ ਹੀ ਮਨ ਜੀਤੇ ਜਗਜੀਤ ਕਰਨੇ ਆ। ਤੇ ਇਹ ਇੱਕ ਹੈਬਿਟ ਜੇ ਪਾ ਲਵੇ, ਤੇ ਮੈਂ ਤਾਂ ਦਾਅਵਾ ਕਰਦਾ ਹੁੰਦਾ ਬੱਚਿਆਂ ਨੂੰ ਕਿ ਪੇਪਰ ਤੋਂ ਇੱਕ ਦਿਨ ਪਹਿਲਾਂ, ਆਪਣੇ ਸਭ ਤੋਂ ਔਖੇ ਪੇਪਰ ਤੋਂ ਇੱਕ ਦਿਨ ਪਹਿਲਾਂ ਨਾ ਤੁਸੀਂ ਆਪਣੀ ਮਨਪਸੰਦ ਮੂਵੀ ਦੇਖਣ ਚੱਲ ਜਿਓ ਤੇ ਆ ਕੇ ਪੇਪਰ ਦਿਓ। ਮੈਂ ਕਹਿੰਦਾ 90% ਤੋਂ ਉੱਪਰ ਨੰਬਰ ਲੈ ਲਓਗੇ ਤੁਸੀਂ ਜੀ। ਕਮਾਲ ਦੀਆਂ ਐਕਸਰਸਾਈਜ਼ਸ ਨੇ ਡਾਕਟਰ ਸਾਹਿਬ ਜਿਹੜੀ ਤੁਸੀਂ ਦੱਸ ਰਹੇ ਹੋ। ਤੇ ਜੇ ਗੱਲ ਇਹ ਕਰੀਏ ਕਿ ਬ੍ਰੇਨ ਗੇਮਸ ਜਿੱਦਾਂ ਜੇ ਬੱਚਿਆਂ ਨੂੰ ਖਿਡਾਈਆਂ ਜਾਣ ਜਾਂ ਆਪ ਵੀ ਖੇਡੀਆਂ ਜਾਣ, ਤੇ ਇਹਦੇ ਨਾਲ ਵੀ ਮੈਮਰੀ ਤੇ ਪੋਜ਼ਿਟਿਵ ਅਸਰ ਪਏਗਾ? ਇਹ ਵੀ ਬੜਾ ਅੱਛਾ ਸਵਾਲ ਹੈ ਜੀ। ਤੁਹਾਡੇ ਜਿੰਨੇ ਵੀ ਸੀਨੀਅਰ ਸਿਟੀਜ਼ਨ ਦੇਖ ਰਹੇ ਆ ਨਾ, ਉਹਨਾਂ ਨੂੰ ਮੈਂ ਜ਼ਰੂਰ ਇਹ ਸਲਾਹ ਦੇਵਾਂਗਾ ਕਿ ਤੁਸੀਂ ਜਿਹੜੀ ਕੁਝ ਬ੍ਰੇਨ ਗੇਮਸ ਖੇਲ ਸਕਦੇ ਹੋ, ਤੇ ਅੱਛੀ ਗੱਲ ਹੈ, ਬਹੁਤ ਫਾਇਦਾ ਹੁੰਦਾ ਇਹਦਾ। ਪਰ ਉਹ ਨਹੀਂ ਕਿ ਵੀ ਜਿਸ ਤਰ੍ਹਾਂ ਹੁਣ ਬੱਚੇ ਨੂੰ ਬ੍ਰੇਨ ਗੇਮ ਸਿਖਾਤੀ, ਉਹ 24 ਘੰਟੇ ਉਹੀ ਖੇਲੀ ਜਾਂਦਾ ਪਿਆ, ਹੈ ਨਾ। ਉਹ ਨਹੀਂ, ਕੁਛ ਲਿਮਿਟਡ ਹੈ। ਅਸੀਂ ਐਕਸਰਸਾਈਜ਼ ਕਰਦੇ ਹਾਂ ਤੇ 35-40 ਮਿੰਟ ਕਰਦੇ ਹਾਂ, ਉਸ ਤੋਂ ਬਾਅਦ ਅਸੀਂ ਹੋਰ ਕੰਮ ਕਰਦੇ। ਤੇ ਇੰਨੀ ਕੁ ਦੇਰ ਲਈ ਜੇ ਐਕਸਰਸਾਈਜ਼ ਕੀਤੀ ਜਾਵੇ, ਤੇ ਜਿਹੜੇ ਸਾਡੇ ਵੱਡੇ ਆ ਸਾਡੇ ਘਰਾਂ ਦੇ ਵਿੱਚ, ਉਹ ਉਹਨਾਂ ਵਾਸਤੇ ਇੱਕ ਹਦਾਇਤ ਇਹੀ ਹੈ ਕਿ ਤੁਸੀਂ ਆਪਣੇ ਅੱਛੇ ਦਿਨਾਂ ਨੂੰ ਯਾਦ ਕਰੋ। ਉਹ ਇੱਕ ਬ੍ਰੇਨ ਐਕਸਰਸਾਈਜ਼ ਹੈ। ਅੱਛੇ ਦਿਨ ਕਿਹੜੇ ਹੁੰਦੇ? ਕਦੀ ਤੁਸੀਂ ਰਿਟਾਇਰ ਹੋਏ ਸੀ, ਜਦੋਂ ਤੁਸੀਂ ਕਦੀ ਕਿਤੇ ਅਵਾਰਡ ਮਿਲਿਆ ਸੀ ਤੁਹਾਨੂੰ, ਕਿਤੇ ਐਪਰੀਸੀਏਸ਼ਨ ਮਿਲੀ ਸੀ, ਕੁਝ ਬੜਾ ਵਧੀਆ ਦਿਨ, ਸ਼ਾਦੀ ਦਾ ਦਿਨ ਬਹੁਤ ਵਧੀਆ ਹੁੰਦਾ ਵਾ, ਬੱਚਿਆਂ ਦੀਆਂ ਸ਼ਾਦੀਆਂ, ਜੋ ਵੀ ਇਹੋ ਜਿਹੇ ਦਿਨ, ਉਹਨਾਂ ਦੇ ਉੱਤੇ ਫੋਕਸ ਕਰੋ ਤੇ ਉਹਨਾਂ ਨੂੰ ਮਿੰਟ ਬਾਏ ਮਿੰਟ ਰਿਕਾਲ ਕਰੋ ਕਿ ਉਹ ਦਿਨ ਕੀ ਹੋਇਆ ਸੀ, ਸਾਰਿਆਂ ਨੇ ਕਿਹੜੇ ਕੱਪੜੇ, ਸਭ ਕੁਝ ਦੇਖੋ ਡਿਟੇਲ ਦੇ ਵਿੱਚ, ਕੀ ਪਾਇਆ ਸੀਗਾ, ਕਿੰਨੇ ਵਜੇ ਸੀਗੇ, ਕਿਨੇ ਡਾਂਸ ਕੀਤਾ ਸੀ, ਕਿੱਦਾਂ ਦਾ ਡਾਂਸ ਕੀਤਾ ਸੀ, ਕੀ ਕੀਤਾ ਸੀ, ਉਹ ਸਾਰਾ ਕੁਝ ਰਿਕਾਲ ਕਰੋ। ਤੁਹਾਡਾ ਟਾਈਮ ਵਧੀਆ ਪਾਸ ਹੋਏਗਾ, ਤੁਹਾਡੇ ਬ੍ਰੇਨ ਦੀ ਪੋਜ਼ਿਟਿਵ ਪ੍ਰੋਗਰਾਮਿੰਗ ਵੀ ਹੋਏਗੀ, ਤੇ ਤੁਹਾਡੀ ਮੈਮਰੀ ਦੀ ਐਕਸਰਸਾਈਜ਼ ਵੀ ਹੋਏਗੀ। ਤੇ ਜਿਹੜੀਆਂ ਸਾਡੇ ਅੱਜ ਬੜੀਆਂ ਕਾਮਨ ਹੋ ਗਈਆਂ, ਡਿਮੈਂਸ਼ੀਆ ਦੀ ਪ੍ਰੋਬਲਮ, ਐਲਜ਼ਾਈਮਰਸ ਦੀ ਪ੍ਰੋਬਲਮ, ਇਹੋ ਜਿਹੇ ਕਪਲਸ ਆ ਜਿਹੜੇ ਪਿਛਲੇ 30 ਸਾਲ ਤੋਂ ਆਪਣੇ ਹਸਬੈਂਡ ਵਾਈਫ ਇੱਕ ਦੂਜੇ ਨੂੰ ਭੁੱਲ ਬੈਠੇ ਆ, ਰਹਿੰਦੇ ਇਕੱਠੇ ਪਏ ਆ, ਇਹ ਬੜੀ ਖਤਰਨਾਕ ਪ੍ਰੋਬਲਮ ਹੁੰਦੀ ਹੈ। ਜਿਨ੍ਹਾਂ ਨੇ ਫੇਸ ਕੀਤੀ ਉਹਨਾਂ ਨੂੰ ਪਤਾ। ਪਰ ਜੇ ਤੁਸੀਂ ਆਪਣੀ ਬ੍ਰੇਨ ਦੀ ਰੈਗੂਲਰ ਐਕਸਰਸਾਈਜ਼ ਕਰਦੇ ਰਹੋਗੇ, ਤੇ ਇਹ ਪ੍ਰੋਬਲਮ ਤੋਂ ਬਚਾਅ ਹੋਣ ਦੇ ਤੁਹਾਡੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਣਗੇ ਕਿ ਤੁਸੀਂ ਬਚੇ ਰਹੋਗੇ ਨਾ। ਤੋਂ ਜੀ ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪੰਜਾਬ 1 ਟੀਵੀ ਦੇ ਵਿੱਚ ਤੁਹਾਨੂੰ ਬਹੁਤ ਵਧੀਆ ਗੱਲਾਂ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ ਦੱਸੀਆਂ ਜਾ ਰਹੀਆਂ ਨੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਾਡਾ ਆਪਣਾ ਖਾਦਿਮ ਜੁਲਰ, ਵਿਆਹ ਹੋਵੇ ਪੁੱਤ ਦਾ ਜਾਂ ਫਿਰ ਹੋਵੇ ਧੀ ਦਾ, ਆਪਣਿਆਂ ਦਾ ਪਿਆਰ ਤੇ ਵਿਸ਼ਵਾਸ, ਤੁਹਾਡਾ ਆਪਣਾ ਖਾਦਿਮ ਜੁਲਰ। ਪਿਆਰ ਹੋਵੇਗਾ ਤੁਹਾਡਾ ਤੇ ਵਿਸ਼ਵਾਸ ਹੋਵੇਗਾ ਸਾਡਾ। ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਜ਼ਿੰਦਗੀ 'ਚ ਹੀਰੇ ਵਰਗੀ ਚਮਕ, ਚਾਹੁੰਦੇ ਹੋ ਕੀਮਤੀ ਪਲਾਂ ਨੂੰ ਖੂਬਸੂਰਤ ਬਣਾਉਣਾ,
ਤਾਂ ਫਿਰ ਜਲਦੀ ਪਹੁੰਚੋ ਖਾਦਿਮ ਜਿਊਲਰ, ਜਿੱਥੇ ਤੁਹਾਨੂੰ ਨਵੇਂ ਡਿਜ਼ਾਈਨਸ ਦੇ ਨਾਲ ਮਿਲਣਗੇ ਪਿਓਰ ਤੇ ਖੂਬਸੂਰਤ ਗਹਿਣੇ। ਸ਼ੁੱਧਤਾ ਤੇ ਭਰੋਸੇ ਦਾ ਨਾਂ ਹੈ ਸਿਰਫ ਤੇ ਸਿਰਫ ਖਾਦਿਮ ਜਿਊਲਰ। ਗੱਲ ਮੈਰਿਜ ਰਿੰਗ ਦੀ ਹੋਵੇ ਜਾਂ ਫਿਰ ਹੋਵੇ ਕੰਨਾਂ ਦੇ ਝੁਮਕਿਆਂ ਦੀ, ਜਾਂ ਫਿਰ ਹੋਵੇ ਗਲ ਦੇ ਰਾਣੀ ਹਾਰ ਦੀ, ਗੱਲ ਹੋਵੇ ਹੱਥਾਂ ਦੇ ਖੂਬਸੂਰਤ ਚੂੜੀਆਂ ਦੀ, ਤੁਹਾਡੀਆਂ ਖੁਸ਼ੀਆਂ ਦੇ ਵਿੱਚ ਖਰੇ ਸੋਨੇ ਵਾਂਗ ਚਮਕਦਾ ਏ। ਖਾਦਿਮ ਜਿਊਲਰ ਹਰ ਪ੍ਰਕਾਰ ਦੇ ਗਹਿਣਿਆਂ ਦੀ ਇੱਕ ਵੱਡੀ ਰੇਂਜ ਤੇ ਅਨਬਲੀਵੇਬਲ ਪ੍ਰਾਈਸ। ਤਾਂ ਫਿਰ ਹੈ ਨਾ ਖੁਸ਼ਖਬਰੀ, ਰਿਸ਼ਤਿਆਂ ਦੀਆਂ ਤੰਦਾਂ ਨੂੰ ਸੁਨਹਿਰੀ ਅਤੇ ਪਿਆਰ ਭਰੀਆਂ ਗੰਢਾਂ ਦੇਣ ਦੇ ਲਈ ਖਾਦਿਮ ਜਿਊਲਰ ਆਪਦੀ ਸੇਵਾ ਦੇ ਵਿੱਚ ਹਾਜ਼ਰ ਹੈ। ਰਿਸ਼ਤਿਆਂ ਦੀ ਬੁੱਕਲ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਹਮੇਸ਼ਾ ਤਿਆਰ ਤੁਹਾਡਾ ਆਪਣਾ ਖਾਦਿਮ ਜਿਊਲਰ। ਖਾਦਿਮ ਜਿਊਲਰ ਦੀ ਵੰਨ-ਸੁਵੰਨਤਾ ਤੁਹਾਡੀ ਰਿਸ਼ਤਿਆਂ ਨੂੰ ਪਿਆਰ ਭਰੇ ਰੰਗ ਦੇ ਵਿੱਚ ਹਮੇਸ਼ਾ ਤੁਹਾਡੇ ਨਾਲ। ਵੈਰਾਈਟੀ ਅਤੇ ਕੁਆਲਿਟੀ ਦੇ ਨਾਲ ਕੋਈ ਸਮਝੌਤਾ ਨਹੀਂ, ਹਮੇਸ਼ਾ ਆਪਣੇ ਪਿਆਰਿਆਂ ਦੀ ਸੇਵਾ ਦੇ ਵਿੱਚ ਹਾਜ਼ਰ। ਆਪਣੇ ਚਾਵਾਂ, ਉਮੰਗਾਂ ਤੇ ਖੁਸ਼ੀਆਂ ਨੂੰ ਪੂਰਾ ਕਰਨ ਦੇ ਲਈ ਪਹੁੰਚੋ ਆਪਣੇ ਸਭ ਤੋਂ ਪੁਰਾਣੇ ਤੇ ਸਭ ਤੋਂ ਪਪੂਲਰ ਜਿਊਲਰ, ਜਿਸ ਦਾ ਨਾਮ ਹੈ ਖਾਦਿਮ ਜਿਊਲਰ, ਤੁਹਾਡੇ ਆਪਣੇ ਸ਼ਹਿਰ ਸੈਕਰਾਮੈਂਟੋ 7386 Stockton Boulevard, Suite L, Sacramento 95823। ਤੇ ਇਹਦਾ ਹੀ ਇੱਕ ਅਸਰ ਇਹ ਪੈਂਦਾ ਕਿ ਜਦੋਂ ਅਸੀਂ ਆਪਣੀ ਮੈਮਰੀ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ, ਅਸੀਂ ਚੀਜ਼ਾਂ ਜਦੋਂ ਭੁੱਲਣੀਆਂ ਸ਼ੁਰੂ ਕਰ ਦਿੰਦੇ ਆ ਤੇ ਜ਼ਿੰਦਗੀ ਦੇ ਵਿੱਚ ਫੈਸਲੇ ਲੈਣ ਦੇ ਵਿੱਚ ਵੀ ਕਮੀ ਆ ਜਾਂਦੀ ਹੈ ਨਾ। ਡਿਸੀਜਨ ਮੇਕਿੰਗ, ਛੋਟੇ ਡਿਸੀਜਨ ਵੀ ਅਸੀਂ ਉਸ ਵੇਲੇ ਨਹੀਂ ਲੈ ਪਾਉਂਦੇ, ਸਾਡਾ ਦਿਮਾਗ ਸਾਡਾ ਉਸ ਵੇਲੇ ਸਾਥ ਨਹੀਂ ਦਿੰਦਾ। ਹਾਂਜੀ, ਇਹ ਗੱਲ ਬਿਲਕੁਲ ਠੀਕ ਹੈ ਕਿ ਡਿਸੀਜਨ ਮੇਕਿੰਗ ਜਿਹੜੀ ਗੱਲ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਤੁਸੀਂ ਡਿਸੀਜਨ ਲੈਂਦੇ ਹੀ ਨਹੀਂ, ਅਸੀਂ ਡਿਸੀਜਨ ਲੈਂਦੇ ਹੀ ਨਹੀਂ, ਉਹ ਸਾਡਾ ਪ੍ਰੋਗਰਾਮ ਹੀ ਡਿਸੀਜਨ ਲੈਂਦਾ ਵਾ ਸਾਰਾ। ਤੇ ਜੋ ਸਾਡੀ ਏਜ ਵੱਧਦੀ ਹੈ ਅਸੀਂ ਕਹਿੰਦੇ ਹਾਂ ਕਿ ਸਾਡੀ ਮੈਮਰੀ 'ਤੇ ਅਸਰ ਪੈਂਦਾ ਜਾਂ ਡਿਸੀਜਨ ਮੇਕਿੰਗ 'ਤੇ ਅਸਰ ਪੈਂਦਾ। ਜੇ ਤੁਸੀਂ ਆਪਣੀ ਥੋੜਾ ਮੈਡੀਟੇਸ਼ਨ ਵਾਲੇ ਪਾਸੇ, ਕਨਸੈਂਟਰੇਸ਼ਨ ਵਾਲੇ ਪਾਸੇ ਧਿਆਨ ਦਿਓ ਤੇ ਇਹੋ ਜਿਹੀ ਐਕਸਰਸਾਈਜ਼ਸ ਕਰਦੇ ਰਹੋ ਔਰ ਆਪਣੀ ਲਾਈਫ ਦੇ ਵਿੱਚ ਐਕਟਿਵ ਰਹੋ। ਜਦੋਂ ਬੰਦਾ ਰਿਟਾਇਰ ਹੁੰਦਾ ਤੇ ਲੋਕੀ ਸੋਚਦੇ ਹੁਣ ਤਾਂ ਬਸ ਵਿਹਲੇ ਬੈਠਣਾ ਵਾ, ਇਸ ਤਰ੍ਹਾਂ ਨਹੀਂ ਹੈਗਾ। ਕੋਈ ਨਾ ਕੋਈ ਜ਼ਿੰਦਗੀ ਦਾ ਮਕਸਦ ਲੱਭੋ, ਚਾਹੇ ਉਹ ਕੋਈ ਸੋਸ਼ਲ ਕਾਜ਼ ਹੋਵੇ, ਰਿਲੀਜੀਅਸ ਕਾਜ਼ ਹੋਵੇ, ਕੁਝ ਵੀ ਹੋ ਸਕਦਾ। ਇਹੋ ਜਿਹਾ ਕੋਈ ਮਕਸਦ ਲੱਭ ਕੇ ਉਹਦੇ ਉੱਤੇ ਜੇ ਕੰਮ ਕਰੋਗੇ ਤਾਂ ਤੁਸੀਂ ਜ਼ਿਆਦਾ ਵਧੀਆ ਡਿਸੀਜਨ ਮੇਕਿੰਗ ਵੀ ਲੈ ਸਕੋਗੇ, ਤੁਸੀਂ ਡਿਸੀਜਨ ਵਧੀਆ ਲੈ ਸਕੋਗੇ, ਤੁਹਾਡੀ ਮੈਮਰੀ ਵੀ ਸ਼ਾਰਪ ਰਹੇਗੀ, ਤੁਸੀਂ ਜ਼ਿਆਦਾ ਐਕਟਿਵ ਵੀ ਰਹੋਗੇ। ਤੇ ਜੇ ਕੋਈ ਮਕਸਦ ਕੋਈ ਨਹੀਂ ਹੈਗਾ ਤੇ ਫਿਰ ਹੌਲੀ ਹੌਲੀ ਡਿਟਰੀਓਰੇਸ਼ਨ ਸ਼ੁਰੂ ਹੋ ਜਾਏਗੀ। ਤੇ ਅਸੀਂ ਕਹਿ ਸਕਦੇ ਹਾਂ ਉਹਨਾਂ ਲੋਕਾਂ ਵਾਸਤੇ ਕਿ ਜੋ ਅਸੀਂ ਏਜ ਸਾਡੀ ਵੱਧਦੀ ਜਾਏਗੀ ਸਾਡੀ ਮੈਮਰੀ ਘਟਦੀ ਜਾਏਗੀ। ਉਹਨਾਂ ਲੋਕਾਂ ਵਾਸਤੇ ਟਰੁੱਥ ਹੈਗਾ ਵਾ। ਐਕਚੁਅਲੀ ਹਰ ਚੀਜ਼ ਦੇ ਟਰੁੱਥ ਜਿਹੜੇ ਆ ਮਲਟੀਪਲ ਹੈ ਔਰ ਦੁਨੀਆ 'ਚ ਲੜਾਈ ਵੀ ਇਸੇ ਗੱਲ ਦੀ ਹੈ। ਦੋ ਬੰਦੇ ਗੱਲ ਕਰਦੇ ਪਏ ਆ, ਮੈਂ ਕਹਿੰਦਾ ਮੇਗਾ ਜੀ ਤੁਸੀਂ ਬਿਲਕੁਲ ਗਲਤ ਕਰ ਰਹੇ ਹੋ, ਮੈਂ ਕਹਿੰਦਾ ਮੈਂ ਠੀਕ ਕਰ ਰਿਹਾ, ਤੁਸੀਂ ਆਪਣੇ ਦਿਮਾਗ 'ਚ ਇਹ ਸੋਚਦੇ ਪਏ ਹੋ ਇਹ ਮੈਨੂੰ ਪਤਾ ਨਹੀਂ ਇਹ ਗਲਤ ਕਰ ਰਿਹਾ। ਇਹੀ ਤੇ ਲੜਾਈ ਹੈ ਦੁਨੀਆ 'ਚ ਦੋ ਇਨਸਾਨ ਦੀ, ਜਦ ਕਿ ਦੋਨੋਂ ਵੀ ਠੀਕ ਹੋ ਸਕਦੇ। ਅਸੀਂ ਕਿਉਂ ਨਹੀਂ ਸੋਚਦੇ? ਸਾਡੇ ਮਨ ਦਾ ਸੱਚਾਈ ਉਹ ਹੈ ਜਿਹਦੇ ਤੇ ਅਸੀਂ ਵਿਸ਼ਵਾਸ ਕਰਦੇ ਹਾਂ। ਜੋ ਮੈਂ ਵਿਸ਼ਵਾਸ ਕਰਦਾ, ਮੈਂ ਆਪਣੇ ਹਮੇਸ਼ਾ ਕਹਿੰਦਾ ਹੁੰਦਾ ਕਿ ਮੇਰੀ ਪੁਰਾਣੀ ਜ਼ਿੰਦਗੀ ਬਹੁਤ ਸੌਖੀ ਬੀਤੀ, ਬਹੁਤ ਵਧੀਆ ਬੀਤੀ, ਆਉਣ ਵਾਲੀ ਇਸ ਤੋਂ ਵੀ ਵਧੀਆ ਸੌਖੀ ਬੀਤਣੀ ਹੈ। ਮੈਂ ਕਦੀ ਇਹ ਨਹੀਂ ਕਹਿੰਦਾ ਕਿ ਮੈਂ ਆਪਣੇ ਗੋਲ ਨੂੰ ਹਾਸਿਲ ਕਰਨ ਲਈ ਹਾਰਡ ਵਰਕ ਕਰਨ ਨੂੰ ਤਿਆਰ ਹਾਂ, ਮੈਂ ਕਦੀ ਨਹੀਂ ਕਿਹਾ, ਕਿਉਂਕਿ ਮੈਨੂੰ ਪਤਾ ਜੇ ਮੈਂ ਇਹ ਵਿਸ਼ਵਾਸ ਬਣਾਵਾਂਗਾ ਤਾਂ ਮੈਂ ਤਾਂ ਵੀ ਠੀਕ ਹਾਂ, ਮੈਨੂੰ ਹਾਰਡ ਵਰਕ ਕਰਨਾ ਪਏਗਾ। ਤੇ ਜੇ ਮੈਂ ਕਹਿੰਦਾ ਮੇਰੀ ਪੁਰਾਣੀ ਜ਼ਿੰਦਗੀ ਸੌਖੀ ਬੀਤੀ, ਅੱਗੇ ਵੀ ਸੌਖੀ ਹੈ, ਮੇਰਾ ਬਿਲੀਫ ਬਣਦਾ ਜਾ ਰਿਹਾ ਤੇ ਮੇਰੀ ਜ਼ਿੰਦਗੀ ਸੌਖੀ ਔਰ ਮੇਰਾ ਰਸਤਾ ਸੌਖਾ ਰਹੇਗਾ। ਸੋ ਇਸ ਕਰਕੇ ਹਰ ਬੰਦਾ ਸਹੀ ਹੈ। ਜੇ ਕੋਈ ਬੰਦਾ ਜਿਸ ਤਰ੍ਹਾਂ ਸੋਚਦਾ ਉਹ ਆਪਣੀ ਥਾਂ ਤੇ ਠੀਕ ਹੈਗਾ, ਕਿਉਂਕਿ ਇਹ ਨੇਚਰ ਬੜੀ ਪਾਵਰਫੁਲ ਹੈ। ਜੋ ਤੁਸੀਂ ਸੋਚਦੇ ਹੋ ਤੁਹਾਡੇ ਵਾਸਤੇ ਕ੍ਰੀਏਟ ਕਰ ਦੇਗੀ। ਇਹਦਾ ਮਤਲਬ ਤੁਸੀਂ ਵੀ ਠੀਕ, ਮੈਂ ਵੀ ਠੀਕ, ਤੇ ਉਹ ਵੀ ਹਰ ਕੋਈ ਇਨਸਾਨ ਠੀਕ ਹੈਗਾ। ਜੀ ਬਿਲਕੁਲ ਠੀਕ ਗੱਲ ਹੈ। ਤੇ ਡਾਕਟਰ ਕੁੰਵਰ ਰਾਜੀਵ, ਜਿਸ ਤਰ੍ਹਾਂ ਅਸੀਂ ਪੜ੍ਹਿਆ ਵੀ ਸੀ, ਅਖਬਾਰ ਦੇ ਵਿੱਚ ਪੜ੍ਹਿਆ, ਤੇ ਅਸੀਂ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਕੌਣ ਬਣੇਗਾ ਕਰੋੜਪਤੀ ਨੂੰ ਵੀ ਚੈਲੰਜ ਕੀਤਾ। ਹਾਂਜੀ, ਮੈਂ ਚੈਲੰਜ ਕੀਤਾ ਸੀ। ਤੇ ਇਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਦੱਸਿਆ ਸੀ, ਬਹੁਤ ਸਾਰੇ ਸੈਲੀਬ੍ਰਿਟੀਜ਼ ਦੇ ਤੁਹਾਨੂੰ ਨਾਮ ਤੇ ਉਹਨਾਂ ਦੇ ਡੇਟ ਆਫ ਬਰਥ ਵਗੈਰਾ ਯਾਦ ਨੇ, ਤੇ ਕਿਉਂ ਨਾ ਅਮਿਤਾਭ ਬੱਚਨ ਜੀ ਦੀ ਗੱਲ ਕੀਤੀ ਜਾਵੇ। ਅਮਿਤਾਭ ਬੱਚਨ ਜੀ ਦਾ ਬਰਥਡੇ ਹੈਗਾ ਜੀ 11 ਅਕਤੂਬਰ 42। ਅੱਛਾ ਜੀ, ਤੇ ਜੇ 11 ਅਕਤੂਬਰ 42 ਨੂੰ ਪੁੱਛਿਆ ਜਾਵੇ ਵਾਰ ਕਿਹੜਾ ਸੀ? ਸੰਡੇ ਸੀਗਾ ਜੀ। ਅੱਛਾ, ਸੰਡੇ ਸੀਗਾ। ਤੇ ਜੇ ਸੇਮ ਪੁੱਛਿਆ ਜਾਏ ਧਰਮਿੰਦਰ ਜੀ ਲਈ? ਧਰਮਿੰਦਰ ਜੀ ਦਾ ਹੈਗਾ ਜੀ 8 ਦਸੰਬਰ। ਅੱਛਾ, 35।
ਤੇ ਸੇਮ ਡੇ ਪ੍ਰਕਾਸ਼ ਸਿੰਘ ਬਾਦਲ ਜੀ ਦਾ ਵੀ ਹੈਗਾ 8 ਦਸੰਬਰ, ਉਹਨਾਂ ਦਾ ਪਰ 27 ਹੈ। ਓਕੇ 1927 ਜੀ, ਮਤਲਬ ਇਹ ਸਾਰੀਆਂ ਜਿਹੜੀਆਂ ਡੇਟ ਆਫ ਬਰਥ ਹੈ ਦਿਨਾਂ ਦੇ ਨਾਲ ਤੁਹਾਨੂੰ ਟਿਪਸ ਤੇ ਯਾਦ ਨੇ। ਤੇ ਇਹ ਗੱਲ ਕਰਾਂਗੇ ਹੁਣ ਤੁਸੀਂ ਕੌਣ ਬਣੇਗਾ ਕਰੋੜਪਤੀ ਨੂੰ ਚੈਲੰਜ ਕੀਤਾ ਤੇ ਕੀ ਚੈਲੰਜ ਹੈ? ਕੌਣ ਬਣੇਗਾ ਕਰੋੜਪਤੀ ਦਾ ਇਸ ਤਰ੍ਹਾਂ ਸੀ ਕਿ ਮੈਂ ਕੁਝ ਜਨਰਲ ਨੌਲੇਜ ਦੀਆਂ ਬੁੱਕਸ ਯਾਦ ਕਰਨ ਬਾਰੇ ਸੋਚਿਆ ਕਿ ਆਮ ਤੌਰ ਤੇ KBC 'ਚ ਬੈਠ ਕੇ ਲੋਕ ਕਹਿੰਦੇ ਆ ਇਹ ਹਾਂਜੀ ਮੈਂ ਪੜ੍ਹਿਆ ਤਾਂ ਸੀ ਪਰ ਯਾਦ ਨਹੀਂ ਆ ਰਿਹਾ, ਬੜਾ ਕਾਮਨ ਜਿਹਾ ਐਕਸਪ੍ਰੈਸ਼ਨ ਹੁੰਦਾ। ਪਰ ਮੈਂ ਕਿਹਾ ਵੀ ਪੜ੍ਹ ਲਿਆ ਤਾਂ ਯਾਦ ਕਿਉਂ ਨਹੀਂ ਆ ਰਿਹਾ, ਇਹ ਤਾਂ ਹੋਣਾ ਨਹੀਂ ਚਾਹੀਦਾ। ਫਿਰ ਇਹਦਾ ਸਿਸਟਮ ਇਹੋ ਜਿਹਾ ਡਿਵੈਲਪ ਕੀਤਾ ਜਾਵੇ ਕਿ ਜੋ ਤੁਸੀਂ ਪੜ੍ਹ ਲਿਆ ਉਹ 100% ਯਾਦ ਆਵੇ। ਤੇ ਜੇ ਤੁਸੀਂ ਇਸ ਚੀਜ਼ ਤੇ ਮਾਸਟਰੀ ਕਰ ਲਈ ਤਾਂ ਤੁਸੀਂ KBC ਨੂੰ ਚੈਲੰਜ ਕਰ ਸਕਦੇ ਹੋ। ਤੇ ਮੈਂ ਕੋਈ 5-7 ਕਿਤਾਬਾਂ ਚੱਕੀਆਂ ਜਿਨ੍ਹਾਂ 'ਚ ਇੱਕ ਦੇ ਵਿੱਚ 1000 2000 ਕੁਐਸਚਨ ਸੀਗੇ। ਤਾਂ ਉਹਨਾਂ ਨੂੰ ਮੈਂ ਇੱਕ ਆਪਣੀ ਇਸੇ ਟੈਕਨੀਕ ਦਾ ਮਿਕਸਚਰ ਬਣਾ ਕੇ ਮੈਂ ਇਹਨਾਂ ਨੂੰ ਯਾਦ ਕੀਤਾ, ਜਿਹੜਾ ਮੈਂ ਆਪਣੀ ਟ੍ਰੇਨਿੰਗ ਸਿਖਾਉਂਦਾ ਵੀ ਹਾਂ। ਇਸੇ ਟੈਕਨੀਕਸ ਨੂੰ ਮਿਕਸ ਕਰਕੇ ਮੈਂ ਇੱਕ ਮੈਥਡ ਬਣਾਇਆ ਤੇ ਉਹਦੇ ਨਾਲ ਮੈਂ ਇੰਨਾ ਕੌਨਫੀਡੈਂਟ ਹੋ ਗਿਆ ਕਿ ਮੈਂ 7 ਕਿਤਾਬਾਂ ਕਿਸੇ ਨੂੰ ਵੀ ਫੜਾ ਦੇਣੀਆਂ ਕਿ ਮੈਨੂੰ ਜਿਹੜਾ ਮਰਜ਼ੀ ਸਵਾਲ ਪੁੱਛੋ ਮੈਂ ਤੁਹਾਨੂੰ 100% ਜਵਾਬ ਦਊਂਗਾ। ਔਰ ਉਹ ਮੈਂ ਪਾਰਟ ਟਾਈਮ ਦੇ ਵਿੱਚ ਕੁਝ ਦਿਨਾਂ 'ਚ ਹੀ ਕਰ ਲਿਆ। ਜਦੋਂ ਮੈਨੂੰ ਲੱਗਿਆ ਕਿ ਮੈਂ ਕੁਝ ਦਿਨਾਂ 'ਚ ਇੱਦਾਂ ਕਰ ਸਕਦਾ ਤੇ ਮੈਂ ਜੇ ਕੁਝ ਮਹੀਨੇ ਲਾਵਾਂ, ਮੈਂ 3 ਮਹੀਨੇ ਦਾ ਚੈਲੰਜ ਦਿੱਤਾ ਸੀ KBC ਨੂੰ ਕਿ ਮੈਂ ਤੁਹਾਡੇ ਸਟੂਡੀਓ 'ਚ ਆਵਾਂਗਾ। ਆਡੀਸ਼ਨ ਨਹੀਂ ਮੈਂ ਕਿਤੇ ਜਾ ਸਕਦਾ, ਮੇਰੇ ਕੋਲ ਇੰਨਾ ਟਾਈਮ ਨਹੀਂ, ਮੇਰੇ ਬਹੁਤ ਪ੍ਰੋਗਰਾਮ ਫਿਕਸਡ ਹੁੰਦੇ। ਮੈਨੂੰ ਜੇ ਬੁਲਾ ਲਓ ਤੇ ਮੈਂ ਉੱਥੇ ਤੁਹਾਡੇ ਕੋਲ ਆਵਾਂਗਾ। ਮੈਨੂੰ ਉਹਦੇ ਵਾਸਤੇ 3 ਮਹੀਨੇ ਦਾ ਟਾਈਮ ਦਿਓ, ਜਾਂ ਤੇ ਮੈਂ ਤੁਹਾਡਾ ਮੈਕਸਿਮਮ ਅਮਾਊਂਟ ਲੈ ਕੇ ਜਾਵਾਂਗਾ। ਕੋਈ ਕੁਇਟਿੰਗ ਨਹੀਂ ਹੋਏਗੀ, ਮੈਂ ਜ਼ੀਰੋ ਜਾਂ ਮੈਕਸਿਮਮ, ਇਨ ਬਿਟਵੀਨ ਕੁਝ ਨਹੀਂ। ਅੱਛਾ, ਜੋ ਵੀ ਮੈਂ ਜਿੱਤਿਆ ਹੋਏਗਾ ਮੈਂ ਸਭ ਛੱਡ ਜਾਵਾਂਗਾ, ਮੈਂ ਮੈਕਸਿਮਮ ਤੱਕ ਪਹੁੰਚਦਾ। ਉਹਨਾਂ ਨੂੰ ਸ਼ਾਇਦ ਲੱਗਿਆ ਕਿ ਵੀ ਇਹ ਤਾਂ ਬੰਦਾ ਪਹਿਲਾਂ ਹੀ ਚੈਲੰਜ ਕਰਦਾ, ਕਿਤੇ ਲੈ ਨਾ ਜਾਵੇ ਆਫਟਰ ਆਲ। ਤੇ ਮੈਨੂੰ ਅਜੇ ਤੱਕ ਬੁਲਾਇਆ ਨਹੀਂ ਉਹਨਾਂ ਨੇ। ਮੈਨੂੰ ਬੜੇ ਲੋਕ ਕਹਿੰਦੇ ਤੁਸੀਂ ਆਡੀਸ਼ਨ ਦਿਓ, ਉੱਥੇ ਜਾਓ। ਮੈਂ ਕਿਹਾ ਯਾਰ ਉਹ ਕੰਮ ਨਹੀਂ ਮੇਰੇ ਕੋਲ ਹੋ ਸਕਦਾ। ਮੇਰਾ ਮੇਨ ਮਕਸਦ ਸੀਗਾ ਕਿ ਸਟੂਡੈਂਟਸ ਨੂੰ ਮੈਂ ਗਾਈਡ ਕਰ ਰਿਹਾ ਕਿ ਤੁਸੀਂ ਵਧੀਆ ਮੈਮਰੀ ਲੈ ਕੇ ਆਪਣੇ ਕੰਪੀਟੀਸ਼ਨ ਕਲੀਅਰ ਕਰਨੇ ਬੜੇ ਸੌਖੇ ਆ ਤੁਹਾਡੇ ਵਾਸਤੇ। ਜੀ ਇੱਥੇ ਫਿਰ ਸਟੂਡੈਂਟਸ ਨੂੰ ਹੀ ਕੋਈ ਮੈਸੇਜ ਅਸੀਂ ਜ਼ਰੂਰ ਦਵਾਂਗੇ ਜਿਹੜੇ ਇਸ ਵੇਲੇ ਵੱਡੇ ਐਗਜ਼ਾਮਸ ਦੀ ਤਿਆਰੀ, ਐਂਟਰੈਂਸ ਐਗਜ਼ਾਮਸ ਦੀ ਤਿਆਰੀ ਕਰ ਰਹੇ ਤੇ ਉਹਨਾਂ ਲਈ ਤੁਸੀਂ ਕੀ ਮੈਸੇਜ ਦੋਗੇ ਕਿ ਕਿੱਦਾਂ ਉਹ ਆਪਣੇ ਆਪ ਨੂੰ ਦੇਖੋ, ਤੁਸੀਂ ਇੱਕ ਤੋਂ ਇੱਕ ਵਧੀਆ ਟੀਚਰ ਕੋਲੋਂ ਪੜ੍ਹ ਰਹੇ ਹੋਗੇ, ਇੱਕ ਤੋਂ ਇੱਕ ਵਧੀਆ ਅਕੈਡਮੀ ਜਾ ਰਹੇ ਹੋਗੇ, ਇੱਕ ਤੋਂ ਵਧੀਆ ਕਾਲਜ ਹੋਵੋਗੇ, ਪਰ ਜਦੋਂ ਤੱਕ ਤੁਸੀਂ ਆਪਣੀ ਮੈਮਰੀ ਦੀ ਟ੍ਰੇਨਿੰਗ ਨਹੀਂ ਕਰੋਗੇ ਉਦੋਂ ਤੱਕ ਤੁਸੀਂ ਜਿੰਨੀ ਮਰਜ਼ੀ ਐਫਰਟ ਕਰ ਲਓ। ਕਿਉਂਕਿ ਜਿਹੜੇ ਲੋਕ ਕਰ ਜਾਂਦੇ ਆ ਨਾ ਕਲੀਅਰ, ਉਹਨਾਂ ਦੀ ਬਚਪਨ ਤੋਂ ਹੀ ਟ੍ਰੇਨਿੰਗ ਇਦਾਂ ਦੀ ਹੈਗੀ ਆ, ਜਾਂ ਤਾਂ ਉਹ ਗੋਲ ਓਰੀਐਂਟਡ ਹੈ, ਉਹਨਾਂ ਦਾ ਗੋਲ ਬੜਾ ਕਲੀਅਰ ਹੈ। ਤਾਂ ਜੇ ਕਲੈਰਿਟੀ ਹੈ ਤਾਂ ਤੁਸੀਂ ਕਰ ਜਾਓਗੇ। ਪਹਿਲੀ ਚੀਜ਼ ਹੈ ਆਪਣੇ ਮਾਈਂਡ ਦੇ ਵਿੱਚ ਤੁਸੀਂ ਪਹਿਲਾਂ ਦੇਖੋ ਕਿ ਕੀ ਤੁਸੀਂ ਵਾਕਈ ਇਹਦੇ ਵਾਸਤੇ ਬਣੇ ਹੋ। ਇਹ ਕਿਸੇ ਨੇ ਤੁਹਾਨੂੰ ਇਹ ਉਦਾਹਰਿਆ ਤਾਂ ਨਹੀਂ ਦੇ ਦਿੱਤਾ, ਜਾਂ ਤੁਹਾਨੂੰ ਕਿਸੇ ਨੇ ਤੁਹਾਡੇ ਤੇ ਇੰਪੋਜ਼ ਤਾਂ ਨਹੀਂ ਕਰਤਾ ਸਿਵਲ ਸਰਵਿਸ। ਕਿ ਕਿਸੇ ਨੂੰ ਦੇਖਿਆ ਤੇ ਪੇਰੈਂਟਸ ਕਹਿੰਦੇ ਬੇਟਾ ਚੱਲ ਤੂੰ ਸਿਵਲ ਸਰਵਿਸ ਕਰ, ਔਰ ਇਹ 98% ਸਟੂਡੈਂਟ ਇਸੇ ਕੈਟਾਗਰੀ ਚ ਆਉਂਦੇ ਆ। ਦੂਸਰਾ, ਉਹ ਜਿਹੜੇ ਕਲੀਅਰ ਹੋ ਜਾਂਦੇ, ਬਿਲਕੁਲ ਕਲੀਅਰ ਆ ਕਿ ਯੈਸ ਮੈਂ ਇਹੀ ਕਰਨਾ। ਜੇ ਉਹਨਾਂ ਨੂੰ ਪੁੱਛਿਆ ਜਾਵੇ ਨਾ ਕਿ ਜੇ ਨਾ ਹੋਇਆ, ਉਹ ਕਹਿੰਦੇ ਨਾ ਹੁੰਦਾ ਮਤਲਬ ਹੀ ਨਹੀਂ, ਇਹ ਹੋਣਾ ਹੀ ਹੋਣਾ। ਮੈਂ ਇਦਾਂ ਦੇ ਕਿੰਨੇ ਕੁ ਤੁਹਾਨੂੰ ਮਿਲਦੇ ਆ? ਉਹੀ 700-800 ਹੁੰਦੇ ਜਿਹੜੇ ਸਿਵਲ ਸਰਵਿਸ ਕੁਆਲੀਫਾਈ ਕਰਦੇ ਆ। ਜਦੋਂ ਕੋਈ ਇਹੋ ਜਿਹਾ ਕੰਪੀਟੀਸ਼ਨ ਆ, ਉਹਨਾਂ ਵਾਸਤੇ ਇਹੀ ਹੈ ਕਿ ਟ੍ਰੇਨਿੰਗ ਲਓ ਤੁਸੀਂ ਕਿਸੇ ਨਾ ਕਿਸੇ, ਚਾਹੇ ਤੁਸੀਂ YouTube ਤੋਂ ਲਓ। ਜਿਹੜਾ ਲੋਕਾਂ ਦੀ ਮੈਮਰੀ ਬਹੁਤ ਅੱਛੀ ਹੈ ਉਹਨਾਂ ਨੂੰ ਫੋਲੋ ਕਰੋ, ਕੀ ਕਰਦੇ ਆ ਤੇ ਉਹਨਾਂ ਨੂੰ ਫੋਲੋ ਕਰਕੇ ਪ੍ਰੈਕਟਿਸ ਕਰੋ। ਜ਼ਰੂਰੀ ਨਹੀਂ ਕੋਈ ਕਿਸੇ ਪਰਟੀਕੂਲਰ ਬੰਦੇ ਨੂੰ ਫੋਲੋ ਕਰਨਾ, ਪਰ ਟ੍ਰੇਨਿੰਗ ਜ਼ਰੂਰ ਸਿੱਖੋ ਕਿ ਮੈਮਰੀ, ਮਾਈਂਡ ਨੂੰ ਟ੍ਰੇਨ ਕਿਸ ਤਰ੍ਹਾਂ ਕਰਨਾ ਔਰ ਮੈਮਰੀ ਨੂੰ ਟ੍ਰੇਨ ਕਿਸ ਤਰ੍ਹਾਂ ਕਰਨਾ। ਜੇ ਇਹ ਦੋ ਕੰਮ ਕਰ ਲਏ ਤੇ ਸਿਵਲ ਸਰਵਿਸ ਤਾਂ ਮੈਂ ਕਹਿੰਦਾ, ਮੈਂ ਅੱਜ ਵੀ ਕਹਾਂ ਤਾਂ ਮੈਂ ਟੌਪ ਕਰ ਸਕਦਾ ਪੂਰੇ ਇੰਡੀਆ ਦੇ ਵਿੱਚ। ਬਟ ਮੈਨੂੰ ਚਾਂਸ ਨਹੀਂ ਮਿਲਣਾ ਹੁਣ ਕਿ ਮੈਨੂੰ ਕੁਝ ਟਾਈਮ ਚਾਹੀਦਾ ਹੋਏਗਾ ਤੇ ਮੇਰੇ ਕੋਲ ਬਸ ਇਹੀ ਚੀਜ਼ ਦੀ ਕਮੀ ਹੈ। ਕਿਉਂਕਿ ਜਦੋਂ ਤੁਸੀਂ ਆਪਣੇ ਜ਼ਿੰਦਗੀ 'ਚ ਮੇਗਾ ਜੀ ਗੋਲ ਬਾਰੇ ਕਲੀਅਰ ਹੁੰਦੇ ਹੋ ਨਾ, ਤੁਹਾਡੇ ਕੋਲ ਇੰਨੀਆਂ ਅਪਰਚੁਨਿਟੀਜ਼ ਹੁੰਦੀਆਂ ਕਿ ਤੁਹਾਨੂੰ ਡਿਸਾਈਡ ਕਰਨਾ ਔਖਾ ਹੁੰਦਾ ਮੈਂ ਕਿਹੜੇ ਪਾਸੇ ਚੱਲਾਂ। ਤੇ ਉਹਦੇ ਵਾਸਤੇ ਵੀ ਮੈਂ ਇੱਕ ਮੈਸੇਜ ਦਊਂਗਾ ਕਿ ਜੇ ਤੁਹਾਡੇ ਕੋਲ ਬਹੁਤ ਅਪਰਚੁਨਿਟੀਜ਼ ਹੋਣ ਨਾ, ਤੇ ਤੁਸੀਂ ਆਪਣਾ, ਮੈਂ ਕੀ ਕਰਦਾ, ਮੈਂ ਸ਼ਾਂਤੀ ਨਾਲ ਬੈਠਦਾ, ਹਰ ਰਸਤੇ ਦੇ ਉੱਤੇ ਫੋਕਸ ਕਰਦਾ। ਜੇ ਮੈਂ ਇਸ ਰਸਤੇ ਤੇ ਚੱਲਿਆ ਤੇ ਕੀ ਹੋਏਗਾ, ਹਰ ਇੱਕ ਦੇ ਉੱਤੇ, 10 ਦੇ ਉੱਤੇ, 15 ਜਿੰਨੇ ਵੀ ਹੈ, ਜਿਹਦੇ 'ਚ ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਆਉਂਦਾ ਨਾ, ਮੈਂ ਉਸ ਰਸਤੇ ਤੇ ਚੱਲਦਾ। ਕਿਉਂਕਿ ਇਹੀ ਜ਼ਿੰਦਗੀ ਦਾ ਫੰਡਾ। ਲੌਜੀਕਲ ਮਾਈਂਡ ਕਹਿੰਦਾ ਨਾ ਕਾਕੇ ਇਸ ਰਸਤੇ ਤੇ ਚੱਲ ਕੇ ਤੂੰ ਮੰਜ਼ਿਲ ਨਹੀਂ ਹਾਸਿਲ ਕਰ ਸਕਦਾ, ਪਰ ਮੈਂ ਕਹਿੰਦਾ ਯੂ ਗੋ ਟੂ ਹੈਲ, ਮੈਨੂੰ ਇਹਦੇ 'ਚ ਮਜ਼ਾ ਆਏਗਾ, ਇਹੀ ਰਸਤਾ ਮੈਨੂੰ ਮੇਰੀ ਮੰਜ਼ਿਲ ਤੇ ਲੈ ਕੇ ਜਾਏਗਾ। ਕਿਉਂਕਿ ਜੇ ਮੈਂ ਔਖਾ ਰਸਤਾ ਲੱਭ ਲਿਆ ਨਾ, ਮੈਂ ਉਹਦੇ 2-4 ਦਿਨ ਚੱਲ ਕੇ ਥੱਕ ਕੇ ਤੇ ਬਹਿ ਜਾਊਗਾ, ਫਿਰ ਕਹੂੰਗਾ ਮੇਰੀ ਕਿਸਮਤ ਖਰਾਬ ਸੀ। ਪਰ ਜਿਹਦੇ 'ਚ ਮੈਨੂੰ ਮਜ਼ਾ ਆਉਂਦਾ, ਜਿਸ ਤਰ੍ਹਾਂ ਇਹ ਫੀਲਡ ਹੈ ਮੈਮਰੀ ਦਾ, ਇਹਦੇ ਵਿੱਚ ਮੈਂ ਰਾਤਾਂ ਜਾਗ ਕੇ ਆਪਣੇ ਦੋਸਤਾਂ ਨੂੰ, ਜਦੋਂ ਲਾਸਟ ਕੀਤਾ ਨਾ ਪਾਰਲੀਮੈਂਟ ਵਾਲਾ, ਮੈਂ ਰਾਤਾਂ ਜਾਗ ਕੇ ਤੇ ਕੰਮ ਕੀਤਾ ਤੇ ਮੈਂ ਸੋਚਿਆ 545 MP ਦਾ 6 ਪੁਆਇੰਟ ਡਾਟਾ ਕੀ ਮੈਂ ਯਾਦ ਕਰ ਸਕਦਾ? ਮੇਰੇ ਦੋਸਤਾਂ ਨੇ ਡਿਸਕਰੇਜ ਵੀ ਕੀਤਾ ਕਿ ਕਿੱਦਾਂ, ਬਟ ਅਲਟੀਮੇਟਲੀ ਮੈਂ ਕਰ ਲਿਆ। ਜਦੋਂ ਕੀਤਾ ਮੈਂ ਸਾਰੇ ਰਿਕਾਲ ਕੀਤੇ ਤੇ ਮੈਂ ਹੈਰਾਨ ਹੋ ਗਿਆ ਕਿ ਸਾਰਾ ਡਾਟਾ ਜਿਹੜਾ ਮੈਂ ਜ਼ਿੰਦਗੀ ਸੋਚਿਆ ਸੀ ਕਦੀ ਪੋਸੀਬਲ ਨਹੀਂ ਹੈਗਾ। ਸੋ ਮੈਨੂੰ ਇਹਦੇ 'ਚ ਮਜ਼ਾ ਆਉਂਦਾ ਸੀ। ਲੋਕ ਕਹਿੰਦੇ ਆ ਕਿ ਇਹਨਾਂ ਨੇ ਕੋਈ ਰਿੱਧੀ ਸਿੱਧੀ ਹਾਸਿਲ ਕੀਤੀ ਹੋਣੀ ਹੈ ਜਿਹੜਾ ਇੰਨਾ ਯਾਦ ਕਰ ਲੈਂਦੇ, ਇਹ ਵੀ ਕਹਿੰਦੇ ਲੋਕ। ਸੋ ਇਸ ਕਰਕੇ ਤੁਹਾਨੂੰ ਸਿਰਫ ਇੱਕ ਚੀਜ਼ ਕਰਨ ਦੀ ਜ਼ਰੂਰਤ ਹੈ ਕਿ ਆਪਣਾ ਗੋਲ ਲੱਭ ਲਓ, ਆਪਣੀ ਡ੍ਰੀਮ ਲੱਭ ਲਓ
ਤੇ ਉਸ ਤੋਂ ਬਾਅਦ ਨੇਚਰ ਤੁਹਾਨੂੰ ਰਸਤਾ ਦੇਗੀ। ਰਸਤਾ ਤੁਸੀਂ ਨਹੀਂ ਚੂਜ਼ ਕਰਨਾ, ਇਹ ਧਿਆਨ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਰਸਤਾ ਚੂਜ਼ ਕਰਨ ਮੈਂ ਰਸਤਾ ਕਿੱਥੋਂ ਲੱਭਾਂਗਾ? ਮੇਰਾ ਆਪਣੀ ਜ਼ਿੰਦਗੀ ਦਾ ਜੋ ਤਜਰਬਾ ਉਹਦੇ ਵਿੱਚੋਂ ਹੀ ਲੱਭਾਂਗਾ ਕੁਝ ਵੀ, ਇਹ ਹੋ ਸਕਦਾ, ਇਹ ਹੋ ਸਕਦਾ। ਜਦ ਕਿ ਉਹ ਨੇਚਰ ਕੋਲ ਹਜ਼ਾਰਾਂ ਰਸਤੇ ਹੈ, ਉਹ ਤੁਹਾਡੇ ਸਾਹਮਣੇ ਸਭ ਤੋਂ ਸੌਖਾ ਰਸਤਾ ਤੁਹਾਡੇ ਸਾਹਮਣੇ ਥਰੋ ਕਰੇਗੀ। ਪਰ ਮੇਰੇ ਕੋਲ ਹੈ, ਮੈਨੂੰ ਥੋੜੀ ਪਤਾ ਸੀ ਕਿ ਮੈਮਰੀ ਦੇ ਰਸਤੇ ਤੇ ਮੈਨੂੰ ਮਜ਼ਾ ਆਏਗਾ। ਤਾਂ ਇਸ ਕਰਕੇ ਹਰ ਇੱਕ ਦਾ ਆਪਣਾ ਆਪਣਾ ਇੱਕ ਇੰਟਰਸਟ ਹੈਗਾ, ਉਹ ਰਸਤਾ ਨੇਚਰ ਨੂੰ ਦੇਣ ਦਿਓ ਔਰ ਪੇਸ਼ੈਂਸ ਰੱਖ ਕੇ, ਅੱਖਾਂ ਖੁੱਲੀਆਂ ਰੱਖ ਕੇ, ਦਿਮਾਗ ਖੁੱਲਾ ਰੱਖ ਕੇ ਔਰ ਵੇਟ ਕਰੋ, ਉਹ ਓਪਰਚੁਨਿਟੀ ਤੁਹਾਡੇ ਸਾਹਮਣੇ ਆਏਗੀ। ਔਰ ਸ਼ੱਕ ਨਾ ਕਰੋ, ਜੇ ਤੁਹਾਨੂੰ ਮਜ਼ਾ ਆ ਰਿਹਾ ਨਾ, ਬਸ ਲੱਗੇ ਰਹੋ। ਮਜ਼ਾ ਆਣਾ ਜ਼ਰੂਰੀ ਹੈ, ਤੇ ਜੇ ਮਜ਼ਾ ਨਹੀਂ ਆ ਰਿਹਾ ਇਮੀਡੀਏਟਲੀ ਛੱਡ ਦਿਓ, ਕਿਉਂਕਿ ਤੁਹਾਡਾ ਪ੍ਰੋਗਰਾਮ ਖਰਾਬ ਹੋ ਰਿਹਾ ਜੇ ਤੁਹਾਨੂੰ ਮਜ਼ਾ ਨਹੀਂ ਆ ਰਿਹਾ। ਬਿਲਕੁਲ ਠੀਕ ਗੱਲ ਹੈ। ਤੇ ਜਿਸ ਤਰ੍ਹਾਂ ਤੁਸੀਂ ਇਸ ਐਕਸਰਸਾਈਜ਼ ਦੀ, ਇਸ ਪ੍ਰੈਕਟਿਸ ਦੀ ਗੱਲ ਕੀਤੀ ਕਿ ਤੁਸੀਂ ਐਮਪੀਜ਼ ਦੇ ਨਾਮ, ਉਹਨਾਂ ਦੇ ਬਾਇਓਡੇਟ, ਇਸ ਪ੍ਰੋਸੈਸ ਨੂੰ ਕਿੰਨਾ ਟਾਈਮ ਲੱਗਿਆ ਤੁਹਾਨੂੰ ਕਰਨ? ਇਹ ਮੈਨੂੰ ਕਰੀਬ ਕਿਉਂਕਿ ਮੈਂ ਈਵਨਿੰਗ 'ਚ ਹੀ ਸਿਰਫ ਇਹ ਕੰਮ ਕਰ ਪਾਉਂਦਾ ਸੀਗਾ, ਦਿਨੇ ਮੈਂ ਬਿਜ਼ੀ ਹੁੰਦਾ ਸੀਗਾ, ਤੇ ਕਰੀਬ 4 ਤੋਂ 5 ਹਫ਼ਤੇ ਜਿਹੜੇ ਆ ਨਾ, ਉਹ ਮੈਨੂੰ ਲੱਗੇ। 4 ਤੋਂ 5 ਹਫ਼ਤੇ ਲੱਗ ਗਏ ਇਹ ਸਾਰਾ ਕੁਝ ਯਾਦ ਕਰਦੇ ਕਰਦੇ। ਫਿਰ ਉਸ ਤੋਂ ਬਾਅਦ ਦੋਸਤਾਂ ਨੇ ਕਿਹਾ ਵੀ 16ਵੀਂ ਲੋਕ ਸਭਾ ਤੁਸੀਂ ਯਾਦ ਕਰਨ ਦਾ ਕੀ ਫਾਇਦਾ, ਅੱਗੇ ਤੇ 17ਵੀਂ ਆ ਜਾਣੀ ਹੈ। ਮੈਂ ਕਿਹਾ ਫਿਰ ਉਹ ਵੀ ਕਰ ਲਾਂਗੇ, ਔਰ ਉਹੀ ਹੋਇਆ। ਜਦੋਂ 17ਵੀਂ ਲੋਕ ਸਭਾ ਨੈਟ ਦੇ ਉੱਤੇ ਪੂਰੇ ਨਾਮ ਆ ਗਏ, ਉਹ ਨੈਟ ਤੇ ਨਾਮ ਆਉਂਦਿਆਂ ਹੀ ਟਾਈਮ ਲੱਗਦਾ, ਬਰਥਡੇ ਸਾਰੇ ਚੜ੍ਹਦੇ ਆ ਨਾ, ਕਾਫੀ ਟਾਈਮ ਲਗਾ ਦਿੰਦੇ। ਜੋ ਕੰਪਲੀਟ ਹੋਇਆ, ਮੈਂ ਆਪਣੇ ਬ੍ਰੇਨ 'ਚ ਸਾਰਾ ਡਾਟਾ ਫੀਡ ਕਰ ਲਿਆ 16th ਐਂਡ 17th ਲੋਕ ਸਭਾ। ਔਰ ਇਹ ਮੈਂ ਇੰਸਪਾਇਰ ਹੋਇਆ ਸੀ ਇੱਕ ਅਮਰੀਕਨ ਤੋਂ, ਜਿਹਨੇ ਇੱਕ US ਕਾਂਗਰਸ ਦੇ 543 ਮੈਂਬਰਸ ਨੂੰ ਯਾਦ ਕਰ ਲਿਆ ਸੀਗਾ। ਤੇ ਮੈਂ ਕਿਹਾ ਇਹ ਕੰਮ ਜ਼ਿੰਦਗੀ 'ਚ ਇੱਕੋ ਹੀ ਬੰਦੇ ਨੇ ਕੀਤਾ, ਤੇ ਵਾਈ ਨਾਟ ਮੀ। ਤੇ ਮੈਂ ਉਸ ਤੋਂ ਵੀ ਅੱਗੇ 16ਵੀਂ ਤੇ 17ਵੀਂ ਦੋਨਾਂ ਦੇ ਯਾਦ ਕੀਤੇ, ਔਰ ਇਹਨੂੰ 4 ਤੋਂ 5 ਹਫ਼ਤੇ ਦੇ ਵਿੱਚ ਮੈਂ ਕਰ ਲਿਆ ਸੀਗਾ। ਟਾਈਮ ਤੇ ਲੱਗਦਾ ਜੀ, ਬਿਲਕੁਲ ਬਿਲਕੁਲ। ਔਰ ਉਹ ਕਰਨਾ ਕਿਸ ਤਰ੍ਹਾਂ ਹੁੰਦਾ, ਦੇਖੋ ਮੈਂ ਕਹਿੰਦਾ ਮੈਂ ਰੋਜ਼ 20 ਯਾਦ ਕਰ ਲੈਂਦਾ ਸੀਗਾ। 20 ਯਾਦ ਕੀਤੇ, ਫਿਰ ਅਗਲੇ 20 ਕਰਨ ਤੋਂ ਪਹਿਲਾਂ ਪਿਛਲੇ 20 ਰਿਵਾਈਜ਼ ਕਰਦਾ ਸੀ, ਫਿਰ ਮੈਂ ਅਗਲੇ ਕਰਦਾ। ਇਹ ਪਿਛਲੇ ਸਾਰੇ, ਫਿਰ ਜਦੋਂ ਮੈਂ 60 ਤੱਕ ਪਹੁੰਚਿਆ ਪਿਛਲੇ 40 ਰਿਵਾਈਜ਼ ਕੀਤੇ, ਜਦੋਂ ਮੈਂ 80 ਤੱਕ ਪਹੁੰਚਿਆ ਪਿਛਲੇ 60 ਰਿਵਾਈਜ਼ ਕੀਤੇ। ਔਰ ਇਸ ਤਰ੍ਹਾਂ ਕਰਦੇ ਕਰਦੇ ਮੈਂ ਚੈੱਕ ਕਰਦਾ ਗਿਆ ਕਿ ਸਾਰਾ ਇਹ ਤਾਂ ਨਹੀਂ ਆਗਾ ਦੌੜ ਪਿੱਛਾ ਚੌੜ, ਅੱਗੋਂ ਯਾਦ ਕਰੀ ਜਾਂ ਪਿਛਲਾ ਭੁੱਲੀ ਜਾਓ। ਸੋ ਇਸ ਤਰ੍ਹਾਂ ਹੀ ਬੱਚਿਆਂ ਨੂੰ ਵੀ ਪੜ੍ਹਨਾ ਚਾਹੀਦਾ ਕਿ ਜੋ ਤੁਸੀਂ ਪੜ੍ਹਦੇ ਜਾ ਰਹੇ ਹੋ ਉਹਦੀ ਰਿਵੀਜ਼ਨ ਕਰੋ 0 1 7 30 90 ਦੇ ਫਾਰਮੂਲੇ ਦੇ ਨਾਲ, ਔਰ ਪਿਛਲਾ ਰਿਵਾਈਜ਼ ਕਰੋ, ਫਿਰ ਅੱਗੇ ਚੱਲੋ। ਦੈਟ ਇਜ਼ ਹਾਊ ਯੂ ਹੈਵ ਟੂ ਪ੍ਰੋਸੀਡ। ਜੀ, ਮਤਲਬ ਇਸ ਤਰ੍ਹਾਂ ਜੇ ਜ਼ਿੰਦਗੀ ਦੇ ਵਿੱਚ ਕਰਕੇ ਅਸੀਂ ਚੱਲਾਂਗੇ ਤੇ ਅੱਗੇ ਵੱਧ ਸਕਦੇ ਆ। ਤੇ ਜੇ ਕੁਝ ਮਤਲਬ ਇਹਦੀ ਡੈਮੋ ਦੇਣੀ ਹੋਏ, ਜੇ ਥੋੜੀ ਜੀ ਡੈਮੋ, ਕਿਉਂਕਿ ਨਹੀਂ ਤਾਂ ਬਹੁਤ ਲੰਬਾ ਸਮਾਂ ਇਹਦੇ ਲਈ ਚਾਹੀਦਾ ਹੋਏਗਾ, ਤੇ ਕਿਸ ਤਰ੍ਹਾਂ ਦੇ ਸਕਦੇ ਆ? ਇਸ ਦੇ ਵਿੱਚ ਡੈਮੋ ਮੈਂ ਤੁਹਾਨੂੰ ਇੱਕ ਪੀਰੀਆਡਿਕ ਟੇਬਲ ਹੁੰਦਾ ਹੈ, ਬਹੁਤ ਸਾਰੇ ਸਟੂਡੈਂਟਸ ਇਹ ਤੋਂ ਵਾਕਫ ਹੋਣਗੇ ਜੀ। ਉਹ ਕੰਮ ਔਖਾ, ਮੇਰਾ ਲਿਮਕਾ ਬੁੱਕ ਆਫ ਰਿਕਾਰਡ 'ਚ ਨਾਮ ਸੀ, ਉਹਦੇ ਵਿੱਚ ਆਇਆ। ਤੇ ਮੈਂ ਚੈੱਕ ਕੀਤਾ ਸੀਗਾ ਪੀਰੀਆਡਿਕ ਟੇਬਲ ਤਾਂ ਬੱਚਿਆਂ ਨੂੰ ਵੀ ਕਈਆਂ ਨੂੰ ਯਾਦ ਹੈ, ਦੁਨੀਆ 'ਚ ਹਜ਼ਾਰਾਂ ਲੋਕ ਹੋਣਗੇ, ਪਰ ਅੱਜ ਤੱਕ ਕਿਸੇ ਨੇ ਉਹਦਾ ਮਾਸ ਨੰਬਰ ਯਾਦ ਨਹੀਂ ਸੀ ਕੀਤਾ। ਤੇ ਮੈਂ ਉਹ ਮਾਸ ਨੰਬਰ ਯਾਦ ਕੀਤਾ, ਜਿਸ ਤਰ੍ਹਾਂ ਮੈਂ ਰਿਪੀਟ ਕਰ ਦਿੰਦਾ। ਹਾਈਡਰੋਜਨ 1.00794, ਹੀਲੀਅਮ 4.002602, ਲਿਥੀਅਮ 6.941, ਬੈਰੀਲੀਅਮ 9.012182, ਬੋਰੋਨ 10.811, ਕਾਰਬਨ 12.0107, ਨਾਈਟ੍ਰੋਜਨ 14.00667, ਆਕਸੀਜਨ 15.994, ਫਲੋਰੀਨ 18.998403, ਨਿਓਨ 20.1797, ਸੋਡੀਅਮ 22.98976928, ਮੈਗਨੀशियम 24.305, ਐਲੂਮੀਨੀਅਮ 26.981538 silicon 28.0855, phosphorus 30.973762, sulfur 32.065, chlorine 35.453, argon 39.948, potassium 39.0983, calcium 40.078, and so on up to 118 ਐਲੀਮੈਂਟਸ ਦਾ ਮੈਂ ਮਾਸ ਨੰਬਰ ਸ਼ਾਰਟੈਸਟ ਪੀਰੀਅਡ ਦੇ ਵਿੱਚ ਦੱਸਿਆ ਸੀਗਾ ਜੀ। ਵਾਕਈ ਦਰਸ਼ਕ ਵੀ ਇਹ ਦੇਖ ਰਹੇ ਹੋਣਗੇ ਤੇ ਹੈਰਾਨ ਹੋ ਰਹੇ ਹੋਣਗੇ ਕਿ ਇੰਨਾ ਕੁਝ ਇੱਕ ਦਿਮਾਗ ਦੇ ਵਿੱਚ ਕਿੱਦਾਂ ਸਟੋਰ ਹੋ ਸਕਦਾ ਹੈ। ਤੇ ਵਾਕਈ ਹੋ ਸਕਦਾ ਹੈ, ਜੇ ਅਸੀਂ ਸਾਰੀਆਂ ਗੱਲਾਂ ਧਿਆਨ ਨਾਲ ਸੁਣੀਏ, ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ, ਇੱਕ ਪੋਜ਼ਿਟਿਵ ਸੋਚ ਰੱਖੀਏ, ਤੇ ਸਾਰਾ ਕੁਝ ਅਸੀਂ ਵੀ ਕਰ ਸਕਦੇ। ਬਿਲਕੁਲ ਸਹੀ ਗੱਲ। ਇਸ ਵੇਲੇ ਸਭ ਹੈਰਾਨ ਹੋ ਰਹੇ ਹੋਣਗੇ ਕਿ ਮਨ ਦੇ ਵਿੱਚ ਵਿਚਾਰ ਆ ਰਹੇ ਹੋਣਗੇ ਕਿ ਜੇ ਅਸੀਂ ਵੀ ਇਹ ਕਰਨਾ ਚਾਹੀਏ ਤਾਂ ਕੀ ਕਰ ਸਕਦੇ ਹਾਂ। ਮੈਂ ਸ਼ੁਰੂ 'ਚ ਕਹਿਤਾ ਮੇਗਾ ਜੀ ਤੁਹਾਡੇ ਪ੍ਰੋਗਰਾਮ, ਮੈਂ ਇਹ ਸਾਰੀਆਂ ਗੱਲਾਂ ਕਰਨ ਤੋਂ ਪਹਿਲਾਂ ਹੀ ਕਹਿਤਾ ਕਿ ਹਰ ਕੋਈ ਕਰ ਸਕਦਾ, ਸਿਰਫ ਇੱਕ ਜਨੂਨ ਚਾਹੀਦਾ, ਇੱਕ ਇੱਛਾ ਚਾਹੀਦੀ ਹੈ, ਬੜੀ ਦਿਲੀ ਇੱਛਾ। ਔਰ ਡ੍ਰੀਮ ਦੀ ਡੈਫੀਨੇਸ਼ਨ ਹੀ ਇਹੀ ਹੈ, ਇਟ ਇਜ਼ ਦੈਟ ਪੈਸ਼ਨੇਟ ਡਿਜ਼ਾਇਰ ਫॉर ਵਿਚ ਯੂ ਹੈਵ ਅਨਲਿਮਿਟਿਡ ਐਂਥੂਸੀਆਜ਼ਮ। ਉਹ ਇੱਕ ਸੁਪਨਾ ਜਿਹਦੇ ਵਾਸਤੇ ਤੁਸੀਂ ਕੁਝ ਵੀ ਕਰਨ ਨੂੰ ਤਿਆਰ ਹੋ। ਮੈਨੂੰ ਫਿਜ਼ਿਕਸ ਦੀਆਂ 10 ਕਿਤਾਬਾਂ ਕਹਿੰਦੇ ਹੋ, ਤੁਹਾਨੂੰ ਕਿਹਾ ਜਾਂਦਾ 50 ਕਿਤਾਬਾਂ ਪੜ੍ਹਨੀਆਂ, ਮੈਂ 100 ਪੜ੍ਹਨ ਨੂੰ ਤਿਆਰ ਹਾਂ। ਮੈਨੂੰ ਇਹ ਸੁਪਨਾ ਆਪਣਾ ਪੂਰਾ ਕਰਨਾ, ਮੈਨੂੰ ਇਹ ਚਾਹੀਦਾ। ਇਹਦੇ ਵਾਸਤੇ ਮੈਨੂੰ ਕੋਈ ਮਾਊਂਟ ਐਵਰੈਸਟ ਚੜ੍ਹਨਾ ਪਏਗਾ, ਮੈਂ ਚੜਾਂਗਾ। ਇਹ ਜਨੂਨ ਕਦੋਂ ਆਏਗਾ? ਜਦੋਂ ਤੁਹਾਡਾ ਸੁਪਨਾ ਦਿਲੋਂ ਆਏਗਾ। ਕੋਈ ਬਾਹਰੋਂ ਉਧਾਰ ਲਏ ਸੁਪਨੇ ਤੇ ਨਹੀਂ ਹੋਣਾ, ਇਹ ਦਿਲੋਂ ਅੰਦਰੋਂ ਨਿਕਲੇਗਾ ਸੁਪਨਾ। ਜਦੋਂ ਜਿੱਦਣ ਨਿਕਲਿਆ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਦਲ ਜਾਏਗੀ। ਸੋ ਇਸ ਕਰਕੇ ਸੁਪਨੇ ਤੇ ਜ਼ਰੂਰ ਵਰਕ ਕਰਿਓ। ਸਾਰੇ ਦੇ ਸਾਰੇ ਸ਼ਰੋਤਿਆਂ ਨੂੰ ਮੈਂ ਕਹਿਣਾ ਚਾਹਾਂਗਾ ਜੀ। ਤੇ ਡਾਕਟਰ ਸਾਹਿਬ, ਇੱਥੇ ਰੋਲ ਮਾਡਲ ਦੀ ਜੇ ਗੱਲ ਕਰੀਏ, ਹੈ ਨਾ, ਜ਼ਿੰਦਗੀ ਦੇ ਵਿੱਚ ਰੋਲ ਮਾਡਲ ਦਾ ਹੋਣਾ ਕਿੰਨਾ ਜ਼ਰੂਰੀ ਹੈ? ਰੋਲ ਮਾਡਲ ਜੇ ਤੁਸੀਂ ਦੇਖੋ, ਇਹ ਬਦਲਦੇ ਰਹਿੰਦੇ ਲੋਕਾਂ ਦੇ ਰੋਲ ਮਾਡਲ ਜਿਹੜੇ ਆ ਨਾ।
ਕਦੀ ਵੀ ਕਿਸੇ ਨੂੰ ਫੋਲੋ ਨਾ ਕਰੋ, ਕਦੀ ਵੀ ਕਿਸੇ ਦੀ ਪਰਸਨੈਲਿਟੀ ਨੂੰ ਕਾਪੀ ਨਾ ਕਰੋ। ਮੈਂ ਇਹ ਕਹਿੰਦਾ ਹਮੇਸ਼ਾ ਸਿੱਖੋ ਸਾਰਿਆਂ ਕੋਲ, ਜਿੰਨੇ ਵੀ ਕਈ ਕਹਿੰਦੇ ਆ ਫਲਾਣਾ ਗੁਰੂ ਅੱਛਾ, ਉਹ ਅੱਛਾ ਨਹੀਂ ਹੈ। ਮੈਂ ਕਹਿੰਦਾ ਕਾਕੇ ਤੂੰ ਜੇ ਕਿਸੇ ਤੇਰੇ ਕੋਲ ਪੈਨ ਮੰਗੇ ਨਾ ਤੇ ਤੂੰ ਕੈਪ ਉਹਨੇ ਆਪਣੇ ਕੋਲ ਰੱਖ ਲੈਣੀ, ਪੈਨ ਤੈਨੂੰ ਫੜਾਣਾ। ਇਸ ਤਰ੍ਹਾਂ ਹੀ ਹੁੰਦਾ ਨਾ। ਮੈਂ ਕਿਹਾ ਉਹ ਬੰਦੇ ਨੂੰ ਸੁਣਨ ਲਈ ਲੱਖ ਬੰਦਾ ਆਉਂਦਾ ਵੇ, ਤੂੰ ਕਹਿੰਦਾ ਬੰਦਾ ਮਾੜਾ। ਮੈਂ ਕਿਹਾ ਬਹਿ ਕੇ ਕ੍ਰਿਟੀਸਾਈਜ਼ ਕਰਨਾ ਬੜਾ ਸੌਖਾ ਹੁੰਦਾ, ਕੋਈ ਵੀ ਬੰਦਾ ਕੰਪਲੀਟ ਨਹੀਂ ਹੁੰਦਾ। ਸੋ ਸੁਣੋ ਸਾਰਿਆਂ ਨੂੰ, ਸਿੱਖੋ ਜੋ ਚੀਜ਼ ਪਸੰਦ ਆ। ਇਹ ਡਿਪਾਰਟਮੈਂਟਲ ਸਟੋਰ ਅਪਰੋਚ ਹੋਣੀ ਚਾਹੀਦੀ ਆ। ਇੱਕ ਡਿਪਾਰਟਮੈਂਟਲ ਸਟੋਰ 'ਚ ਗਏ ਹਜ਼ਾਰਾਂ ਹੀ ਚੀਜ਼ਾਂ ਪਈਆਂ, ਸਾਰੀਆਂ ਥੋੜੀ ਚੁੱਕ ਲਿਆਈਦੀਆਂ ਆਪਾਂ। ਜੋ ਚਾਹੀਦਾ, ਜੋ ਜ਼ਰੂਰੀ ਆ ਉਹ ਲੈ ਆਈਦਾ। ਇਸੇ ਤਰ੍ਹਾਂ ਕਿਤਾਬਾਂ 'ਚੋਂ ਗੁਰੂਆਂ ਕੋਲੋਂ ਬੜਾ ਕੁਝ ਸਿੱਖਣ ਨੂੰ ਮਿਲਦਾ। ਸਾਰੀਆਂ ਚੀਜ਼ਾਂ ਨਾਲ ਐਗਰੀ ਵੀ ਨਹੀਂ ਕੀਤਾ ਜਾਂਦਾ। ਜਿਹੜੀ ਚੀਜ਼ ਪਸੰਦ ਆਉਂਦੀ ਆ, ਮੈਂ ਕਿਸੇ ਗੁਰੂ ਨੂੰ ਸੁਣਦਾ ਜਦੋਂ ਤੱਕ ਉਹ ਮੇਰੀ ਫਿਲਾਸਫੀ ਨਾਲ ਮੈਚ ਕਰਦਾ, ਠੀਕ ਹੈ, ਮੇਰੇ ਗੋਲ ਨੂੰ ਹਾਸਲ ਕਰਨ। ਜਿੱਥੇ ਕੰਟਰਡਿਕਸ਼ਨ ਆਉਂਦੀ ਮੈਂ ਬੰਦ ਕਰ ਦਿੰਦਾ। ਮੈਂ ਕਿਹਾ ਹੋ ਸਕਦਾ ਅੱਜ ਮੈਨੂੰ ਇਹ ਸਮਝ ਨਹੀਂ ਆ ਰਹੀ, 2 ਸਾਲ ਬਾਅਦ ਆ ਜਾਏਗੀ। ਤਾਂ ਇਸ ਕਰਕੇ ਸਿੱਖੋ ਸਾਰਿਆਂ ਨੂੰ, ਪਰ ਕਾਪੀ ਕਿਸੇ ਨੂੰ ਨਾ ਕਰੋ। ਰੋਲ ਮਾਡਲ ਨੂੰ ਕਾਪੀ ਨਾ ਕਰੋ। ਉਹਦੇ ਕੋਲੋਂ ਜੋ ਅੱਛੀਆਂ ਚੀਜ਼ਾਂ ਨਾ ਉਹਨੂੰ ਸਿੱਖ ਕੇ, ਸਿੱਖਣਾ ਵੀ ਕੀ ਹੈ ਕਿ ਜੋ ਤੁਸੀਂ ਹੁਣੇ ਕਿਹਾ ਸੀਗਾ, ਆਪਣੀ ਜ਼ਿੰਦਗੀ 'ਚ ਉਤਾਰੋ। ਕੋਈ ਚੀਜ਼ ਸਿੱਖੀ ਆ ਨਾ ਤੇ ਉਹਨੂੰ 21 ਦਿਨ ਲੱਗਦੇ ਆਪਣੀ ਜ਼ਿੰਦਗੀ 'ਚ ਉਤਾਰਨ ਲਈ। ਉਹਨੂੰ ਮੈਂ ਕਹਿੰਦਾ, ਲੋਕੀ ਕਹਿੰਦੇ ਮੈਂ 1000 ਕਿਤਾਬ ਪੜ੍ਹੀ, ਮੈਂ 100 ਕਿਤਾਬ ਪੜ੍ਹੀ, ਉਹਦਾ ਕੋਈ ਫਾਇਦਾ ਨਹੀਂ 100 ਕਿਤਾਬਾਂ ਪੜ੍ਹ ਕੇ। ਮੈਂ ਉਹਨਾਂ ਲੋਕਾਂ ਨੂੰ ਦੇਖਿਆ, ਉਹਨਾਂ ਦੀ ਜ਼ਿੰਦਗੀ ਐਵਰੇਜ ਹੀ ਆ ਪੜ੍ਹ ਕੇ ਵੀ। ਸੋ ਪੜ੍ਹਨ ਨਾਲ ਨਹੀਂ ਕੁਝ ਵੀ ਹੋਣਾ। ਮੈਂ ਜਦੋਂ ਪੜ੍ਹਦਾ, ਮੈਂ ਇਸ ਤਰ੍ਹਾਂ ਪੜ੍ਹਦਾ ਗਿਆ, ਪੇਜ ਪੜ੍ਹਿਆ, ਇਹ ਦੂਸਰਾ ਪੇਜ ਪੜ੍ਹਿਆ, ਤੀਸਰਾ। ਇਹਦੇ 'ਚ ਇਹ ਚੀਜ਼ ਆ ਜਿਹੜੀ ਮੈਂ ਆਪਣੀ ਜ਼ਿੰਦਗੀ 'ਚ ਆਦਤ ਬਣਾਉਣੀ ਹੈ, ਹੈਬਿਟ ਬਣਾਉਣੀ ਹੈ। ਮੈਂ ਉਹਦੇ ਉੱਤੇ ਵਰਕ ਕਰਨਾ ਸ਼ੁਰੂ ਕਰ ਦੇਣਾ, ਕਿਤਾਬ ਰੱਖ ਦੇਣਾ ਪਰੇ ਵੀ। ਇਹਨੇ ਮੈਨੂੰ ਇੱਕ ਚੀਜ਼ ਸਿਖਾਤੀ ਹੈ, ਜੇ ਮੈਂ ਅੱਗੇ ਚੱਲ ਪਿਆ ਨਾਵਲ ਦੀ ਤਰ੍ਹਾਂ ਸਾਰੇ ਪੇਜ ਪੜ੍ਹ ਲਏ, ਮੁੜ ਕੇ ਮੈਂ ਬਾਅਦ 'ਚ ਲੋਕਾਂ ਨੂੰ ਦੱਸਦਾ ਫਿਰਾਂਗਾ, ਮੇਗਾ ਜੀ ਤੁਹਾਨੂੰ ਪਤਾ ਮੈਂ 100 ਕਿਤਾਬਾਂ ਪੜ੍ਹ ਲਈਆਂ। ਉਹਦਾ ਕੀ ਫਾਇਦਾ? ਕਿਤਾਬਾਂ ਘੱਟ ਪੜ੍ਹ ਲਓ, ਪਰ ਜੋ ਅੱਛਾ ਲੱਗੇ ਉਹਨੂੰ ਜ਼ਿੰਦਗੀ 'ਚ ਉਤਾਰ ਲਓ। ਜੇ ਇੰਨਾ ਹੀ ਕੰਮ ਕਰ ਲਓ ਤਾਂ ਤੁਹਾਨੂੰ ਪਤਾ ਵੀ ਲੱਗਣਾ 2-3 ਸਾਲਾਂ 'ਚ ਜ਼ਿੰਦਗੀ ਕਿੱਥੇ ਦੀ ਕਿੱਥੇ ਤੁਹਾਨੂੰ ਲੈ ਜਾਏਗੀ। ਬਿਲਕੁਲ। ਤੇ ਦਰਸ਼ਕ ਇਹ ਵੀ ਜ਼ਰੂਰ ਸੋਚ ਰਹੇ ਹੋਣਗੇ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਡਾਕਟਰ ਸਾਹਿਬ ਦੀ ਸੁਣ ਰਹੇ ਹਾਂ, ਤੇ ਇਹਨਾਂ ਦਾ ਰੂਟੀਨ ਕੀ ਹੈ? ਇਹ ਕਿੱਦਾਂ ਆਪਣੇ ਰੂਟੀਨ ਨੂੰ ਫੋਲੋ ਕਰਕੇ ਇਹ ਸਾਰਾ ਕੰਮ ਕਰਦੇ ਨੇ? ਮੇਰਾ ਰੂਟੀਨ ਜੀ ਅਲੱਗ-ਅਲੱਗ ਹੁੰਦਾ। ਦੇਖੋ ਅੱਜ ਤੁਸੀਂ ਸਵੇਰੇ ਮੈਨੂੰ ਸਟੂਡੀਓ 'ਚ ਬੁਲਾ ਲਿਆ ਤੇ ਮੈਂ ਸਟੂਡੀਓ 'ਚ ਆ ਗਿਆ। ਇਸ ਤੋਂ ਬਾਅਦ ਆਪਣੇ ਕਾਲਜ ਜਾਵਾਂਗਾ, ਫਿਰ ਮੈਂ ਜਾ ਕੇ ਮੇਰਾ ਆਨਲਾਈਨ ਲੈਕਚਰਸ ਵਗੈਰਾ ਚੱਲਦੇ ਰਹਿੰਦੇ ਆ। ਔਰ ਦਿਨ 'ਚ ਮੈਂ ਜਿਹੜਾ ਇੰਪੋਰਟੈਂਟ ਰੂਟੀਨ ਹੋਇਆ ਕਿ 2 ਘੰਟੇ, 1.5 ਤੋਂ 2 ਘੰਟੇ ਮੈਂ ਆਪਣੇ ਪਰਸਨਲ ਡਿਵੈਲਪਮੈਂਟ ਦੇ ਉੱਤੇ ਜ਼ਰੂਰ ਲਗਾਉਣਾ, ਜਿਹਦੇ ਵਿੱਚ ਐਕਸਰਸਾਈਜ਼, ਮਾਈਂਡ ਕਨਸੈਂਟਰੇਸ਼ਨ ਦੀ ਪ੍ਰੈਕਟਿਸਿਸ, ਮੈਡੀਟੇਸ਼ਨ ਜਿਹਨੂੰ ਕਹਿ ਲਓ। ਮੈਡੀਟੇਸ਼ਨ ਹਰ ਧਰਮ 'ਚ ਸਿਖਾਈ ਜਾਂਦੀ ਹੈ। ਧਿਆਨ ਲਗਾਓ। ਧਿਆਨ ਲਗਾਓ ਕੀ ਹੈਗਾ? ਧਿਆਨ ਲਗਾਉਣਾ, ਲੋਕੀ ਧਿਆਨ ਲਾਉਂਦੇ ਆ ਪਰ ਉਹ ਲਗਾਉਣਾ ਨਹੀਂ ਆਉਂਦਾ, ਭਟਕਦਾ। ਉਹੀ ਤੇ ਕੰਟਰੋਲ ਕਰਨਾ। ਜੇ ਉਹਨੂੰ ਕਾਬੂ ਕਰਨ ਦੀ ਪ੍ਰੈਕਟਿਸ ਕਰਨ ਤੇ ਉਹ ਬਹੁਤ ਹੀ, ਦੇਖੋ ਜਿਹੜੇ ਮਰਜ਼ੀ ਧਰਮ ਦੇ ਗੁਰੂ ਲੈ ਲਓ, ਉਹਨਾਂ ਨੇ ਇਹੀ ਕੀਤਾ। ਸੋ ਉਹਦੇ ਉੱਤੇ ਮੈਂ ਬਹੁਤ ਜ਼ਿਆਦਾ ਪ੍ਰੈਕਟਿਸ ਕਰਦਾ ਕਿ ਕਿਸੇ ਕੰਮ ਦੇ ਉੱਤੇ ਇਨਵੋਲਵ ਹੋ ਕੇ ਆਪਣੇ ਧਿਆਨ ਨੂੰ ਨਹੀਂ ਭਟਕਣ ਦੇਣਾ। ਉਹ ਚੀਜ਼ਾਂ ਅੱਜ ਹਾਲੇ ਕਿ ਮੈਂ ਸਿਰਫ 2-4% ਹੀ ਕੀਤਾ ਤੇ ਮੇਰੀ ਜ਼ਿੰਦਗੀ 'ਚ ਇੰਨਾ ਬਦਲਾਅ ਆ ਗਿਆ। ਤੇ ਜੇ ਮੈਂ ਰੁਕ ਜਾਵਾਂਗਾ ਤੇ ਫਿਰ ਮੈਂ ਇੱਥੇ ਹੀ ਖਤਮ ਹੋ ਜਾਵਾਂਗਾ। ਤੇ ਮੈਂ ਰੋਜ਼ ਦੇ ਰੋਜ਼ ਇਹਨਾਂ ਚੀਜ਼ਾਂ ਦੇ ਉੱਤੇ ਪ੍ਰੈਕਟਿਸ ਕਰਦਾ। ਜਿਹੜਾ ਡੇਟਾ ਮੈਂ ਯਾਦ ਕੀਤਾ ਹੋਇਆ, ਕਦੀ ਉਹਨਾਂ ਦੇ ਉੱਤੇ ਰਿਵੀਜ਼ਨ ਕਰ ਲੈਣਾ ਕਿ ਚਲੋ ਅੱਜ ਕੰਟਰੀਜ਼ ਦਾ ਡਾਟਾ ਆਪਣੇ ਦਿਮਾਗ 'ਚ ਰਿਕਾਲ ਕਰਕੇ ਦੇਖਦੇ ਆ। ਔਰ 99.9% ਆਫ ਦਾ ਟਾਈਮ ਮੈਨੂੰ ਕੋਈ ਕਿਤਾਬ ਜਾਂ ਕੋਈ ਮੋਬਾਈਲ ਖੋਲ੍ਹਣ ਦੀ ਜ਼ਰੂਰਤ ਨਹੀਂ ਹੁੰਦੀ, ਡਾਟਾ ਰਿਕਾਲ ਹੋ ਜਾਂਦਾ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮੇਰਾ ਦਿਨ ਨਿਕਲਦਾ ਵਾ। ਤੇ ਰਾਤੀ ਸੌਣ ਲੱਗਿਆ ਇੱਕ ਚੀਜ਼ ਦਾ ਮੈਂ ਹੈਬਿਟ ਬਣਾਈ ਆ, ਜੋ ਤੁਹਾਡਾ ਸੁਪਨਾ ਨਾ, ਅਸੀਂ ਸੌਣ ਤੋਂ ਪਹਿਲਾਂ ਜੋ ਜਹਾਨ ਸਾਰੇ ਦਿਨ ਦਾ ਜੋ ਹੁੰਦਾ ਨਾ ਕੂੜਾ, ਉਹ ਯਾਦ ਕਰਦੇ ਹਾਂ। ਉਹ ਮੈਨੂੰ ਉਹਨਾਂ ਨੇ ਇਸ ਤਰ੍ਹਾਂ ਕਿਹਾ ਸੀਗਾ, ਉਹਨੇ ਮੈਨੂੰ ਇਸ ਤਰ੍ਹਾਂ ਕਿਹਾ ਸੀ ਮੈਂ ਕੱਲ ਐਸੀ ਤੈਸੀ ਕਰਨੀ, ਉਹ ਪਰਸੋਂ ਇਹ ਕਰਨਾ, ਇਹੀ ਕੁਝ ਹੁੰਦਾ ਹੈ ਨਾ। ਅਸੀਂ ਉਸ ਟਾਈਮ ਦੇ ਉੱਤੇ ਕੰਪਿਊਟਰ ਦਾ ਪ੍ਰਿੰਸੀਪਲ, ਉਹ ਕਹਿੰਦੇ ਗੀਗੋ ਪ੍ਰਿੰਸੀਪਲ ਹੈ, ਗਾਰਬੇਜ ਇਨ ਗਾਰਬੇਜ ਆਊਟ। ਅਸੀਂ ਗਾਰਬੇਜ ਇੱਥੇ ਸੁੱਟ ਕੇ ਤੇ ਸੌ ਜਾਂਦੇ ਆ, ਉਹ ਮੈਰੀਨੇਟ ਹੁੰਦਾ, ਰਾਤੀ 8 ਘੰਟੇ ਸੁੱਤੇ ਰਹਿੰਦੇ ਆ, ਤੇ ਉਹੀ ਸਾਡੀ ਜ਼ਿੰਦਗੀ 'ਚ ਮਟੀਰੀਅਲਾਈਜ਼ ਹੁੰਦਾ ਵਾ ਗਾਰਬੇਜ। ਸੋ ਇਸ ਕਰਕੇ ਸੌਣ ਤੋਂ ਪਹਿਲਾਂ ਆਪਣਾ ਜਿਹੜਾ ਤੁਹਾਡਾ ਪੈਸ਼ਨੇਟ ਡ੍ਰੀਮ ਹੈ ਜਾਂ ਕੋਈ ਗੋਲ ਹੈ, ਸ਼ਾਰਟ ਟਰਮ ਗੋਲ ਹੈ, ਉਹਦੇ ਉੱਤੇ ਫੋਕਸ ਕਰੋ ਔਰ ਉਹਦੇ 'ਚ ਫੋਕਸ ਕਰਦੇ ਕਰਦੇ ਸੌ ਜਾਓ। ਇਹ ਵੀ ਸੌਖਾ ਨਹੀਂ ਹੈ, ਪ੍ਰੈਕਟਿਸ ਕਰਨੀ ਪਏਗੀ। ਉਹਦੇ ਤੇ ਹੀ ਫੋਕਸ ਕਰਦੇ ਕਰਦੇ ਸੌ ਜਾਓ। ਹੁਣ ਉਹ ਕੀ ਕਹਿੰਦੇ ਆ, ਤੁਹਾਡਾ ਸੁਪਨਾ ਤੁਹਾਡੇ ਬ੍ਰੇਨ ਦੇ ਵਿੱਚ ਲੌਕ ਹੋ ਗਿਆ, ਇਹ ਸੁਪਰ ਕੌਨਸ਼ੀਅਸ ਨਾਲ ਜੁੜ ਗਿਆ, ਇਹ ਰਸਤਾ ਲੱਭੇਗਾ ਤੁਹਾਡੇ। ਤੁਸੀਂ ਸੁੱਤੇ ਪਏ ਹੋ, ਇਹ ਰਸਤਾ ਲੱਭੇਗਾ ਕਿੱਦਾਂ ਮੈਂ ਇਹ ਮਟੀਰੀਅਲਾਈਜ਼ ਕਰਨਾ ਵਾ। ਤੁਸੀਂ ਇਹਨੂੰ ਕੰਮ ਲਾਤਾ, ਤੇ ਅਦਰਵਾਈਜ਼ ਕੂੜਾ ਦਿਮਾਗ 'ਚ ਪਾ ਕੇ ਇਹਨੂੰ ਕੰਮ ਲਾ ਦਿੰਦੇ, ਇਕੱਠਾ ਕਰ ਕੂੜਾ ਕਰ, ਐਂਡ ਦਿਸ ਇਜ਼ ਵਾਟ ਇਜ਼ ਹੈਪਨਿੰਗ। ਸੋ ਇਸ ਕਰਕੇ ਉਹ ਕੰਮ ਮੈਂ ਰਾਤੀ ਸੌਣ ਲੱਗਿਆ ਆਪਣੀ ਹੈਬਿਟ ਬਣਾਈ ਆ। ਔਰ ਸਵੇਰੇ ਜਦੋਂ ਉੱਠਦਿਆਂ ਹੀ ਪਹਿਲੀ ਸੋਚ ਮੇਰੇ ਦਿਮਾਗ 'ਚ ਮੇਰੇ ਡ੍ਰੀਮ ਦੀ ਆਉਂਦੀ ਆ ਕਿ ਦਿਸ ਇਜ਼ ਮਾਈ ਡ੍ਰੀਮ ਲਾਈਫ, ਦਿਸ ਇਜ਼ ਵਾਟ ਆਈ ਵਾਂਟ। ਔਰ ਇਹ ਹੈਬਿਟ ਮੈਨੂੰ ਨੈਵਿਲ ਗੌਡਰਡ, ਇੱਕ ਬਹੁਤ ਵਧੀਆ ਆਥਰ ਹੋਏ ਆ, ਉਹਨਾਂ ਨੂੰ ਮੈਂ ਸੁਣਿਆ ਤੇ ਉਹ ਕਹਿੰਦੇ ਤੁਹਾਨੂੰ ਇੱਕੋ ਹੀ ਇਨਸਾਨ ਹੀ ਹੈ ਜਿਹਦੇ ਕੋਈ ਇਮੈਜੀਨੇਸ਼ਨ ਹੈ, ਡੌਗ ਕੋਲ ਕੋਈ ਇਮੈਜੀਨੇਸ਼ਨ ਨਹੀਂ ਹੁੰਦੀ। ਤੇ ਜੇ ਇਮੈਜੀਨੇਸ਼ਨ ਦਾ ਇਸਤੇਮਾਲ ਕਰਨਾ ਇਹਨਾਂ ਸਿੱਖਿਆ ਤੇ ਤੁਸੀਂ ਇਨਸਾਨ ਤੇ ਐਨੀਮਲ ਦੇ ਵਿੱਚ ਬਹੁਤਾ ਫਰਕ ਹੀ ਨਹੀਂ ਰਹਿ ਗਿਆ। ਤੇ ਇਮੈਜੀਨੇਸ਼ਨ ਦੇ ਵਿੱਚ ਜਦੋਂ ਤੁਸੀਂ ਆਪਣੇ ਡ੍ਰੀਮ ਨੂੰ ਦੇਖਦੇ ਹੋ ਤੇ ਇਹਦੇ ਵਿੱਚ ਲੌਕ ਹੁੰਦਾ ਤੇ ਉਹ ਮਟੀਰੀਅਲਾਈਜ਼ ਹੁੰਦਾ ਤੁਹਾਡੀ ਲਾਈਫ ਦੇ ਵਿੱਚ। ਇਟ ਇਜ਼ ਪ੍ਰੈਕਟਿਸ। ਜਿੰਨਾ ਜ਼ਿਆਦਾ ਤੁਸੀਂ ਕਨਸੈਂਟਰੇਟ ਕਰਦੇ ਜਾਓਗੇ, ਉਨਾ ਹੀ ਰਿਜ਼ਲਟ ਤੁਹਾਡੇ ਨਜ਼ਦੀਕ ਆਉਂਦੇ ਜਾਣਗੇ ਔਰ ਤੁਸੀਂ ਆਪਣੇ ਗੋਲ ਦੇ ਨਜ਼ਦੀਕ ਪਹੁੰਚਦੇ ਜਾਓਗੇ। ਜੀ, ਬਹੁਤ ਵਧੀਆ ਗੱਲਾਂ ਤੁਸੀਂ ਡਾਕਟਰ ਕੁੰਵਰ ਰਾਜੀਵ ਕੀਤੀਆਂ। ਤੁਸੀਂ ਪੰਜਾਬ 1 ਟੀਵੀ ਦੇ ਸਟੂਡੀਓ ਦੇ ਵਿੱਚ ਆਏ, ਤੁਸੀਂ ਮੈਮਰੀ ਨੂੰ ਸ਼ਾਰਪ ਕਰਨ ਲਈ ਇੰਨਾ ਕੁਝ ਦੱਸਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਇਹਦਾ ਜ਼ਰੂਰ ਤੇ ਜ਼ਰੂਰ ਫਾਇਦਾ ਹੋਏਗਾ।
ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਲਈ ਕੋਈ ਮੈਸੇਜ ਜ਼ਰੂਰ ਦਿਓ। ਮੇਗਾ ਜੀ, ਜਦੋਂ ਜਿੰਨੀ ਦੇਰ ਮੈਂ ਤੁਹਾਡੇ ਨਾਲ ਬੈਠਿਆ ਬੜਾ ਅੱਛਾ ਲੱਗਿਆ। ਮੈਂ ਬਾਰ-ਬਾਰ ਇੱਕੋ ਹੀ ਮੈਸੇਜ ਦੇ ਰਿਹਾ, ਤੁਸੀਂ ਦੇਖਿਆ ਹੋਣਾ ਮੇਰੀ, ਜੇ ਤੁਸੀਂ ਮੈਨੂੰ YouTube ਤੇ ਸਰਚ ਕਰੋ ਤੇ ਮੇਰਾ ਨਾਮ ਕੁੰਵਰ ਰਾਜੀਵ, KUNWER ਰਾਜੀਵ RAJEEV, ਇਹਦੇ ਉੱਤੇ ਸਰਚ ਕਰ ਸਕਦੇ ਹੋ। ਮੈਂ ਹਰ ਆਪਣੇ ਵੀਡੀਓ ਦੇ ਵਿੱਚ ਇੱਕੋ ਹੀ ਗੱਲ ਕਰਨਾ, ਕਿਉਂਕਿ ਮੈਨੂੰ ਪਤਾ ਹੈ ਕਿ YouTube Google ਖਜ਼ਾਨਾ ਹੈ ਨੌਲੇਜ ਦਾ। ਜੀ ਜੀ, ਹਨਾ, ਖਜ਼ਾਨਾ ਹੈ ਨੌਲੇਜ ਦਾ। ਮੈਂ ਇੱਕ ਵਾਰੀ ਮੈਂ ਥੋੜੇ ਬਹੁਤ ਇੰਸਟਰੂਮੈਂਟਸ ਵਜਾ ਲੈਣਾ ਆਪਣੇ ਦੋਸਤਾਂ ਨਾਲ ਬੈਠ ਕੇ, ਗਿਟਾਰ, ਕੈਸੀਓ, ਹਾਰਮੋਨੀਅਮ। ਮੈਂ ਇੱਕ ਸ਼ਖਸ ਨੂੰ ਘਰ ਇਨਵਾਈਟ ਕੀਤਾ, ਮੈਂ ਕਿਹਾ ਮੈਂ ਉਹ ਕਲਾਸੀਕਲ ਵਾਲਾ ਟੱਚ ਦੇਣਾ ਚਾਹੁੰਦਾ, ਮੈਂ ਤੇ ਗੁਜ਼ਾਰੇ ਜੋ ਕਿ ਸਿਰਫ ਗਾਣੇ ਹੀ ਪਲੇ ਕਰਦਾ ਵਾਂ। ਉਹ ਕਹਿੰਦਾ ਮੈਂ ਤੇ ਆਪ YouTube ਤੋਂ ਸਿੱਖਿਆ। ਅੱਛਾ, ਉਹ ਬੜਾ ਵਧੀਆ। ਤੇ ਮੈਂ ਉਹੀ ਦੱਸਦਾ ਤੁਹਾਨੂੰ ਕਿ ਸਾਰਾ ਕੁਝ YouTube ਤੇ ਪਿਆ ਹੋਇਆ, ਪਰ ਲੋਕਾਂ ਦੀ ਜ਼ਿੰਦਗੀ ਕਿਉਂ ਨਹੀਂ ਬਦਲਦੀ? ਫਿਰ ਮੇਰਾ ਐਨਾਲਿਸਿਸ ਇਹ ਹੈ ਕਿ ਇਸ ਕਰਕੇ ਨਹੀਂ ਬਦਲਦੀ ਕਿ ਜ਼ਿੰਦਗੀ 'ਚ ਕੋਈ ਗੋਲ, ਕੋਈ ਸੁਪਨਾ ਕਲੀਅਰ ਨਹੀਂ ਹੈਗਾ। ਸਾਡੇ ਗੋਲ, ਸੁਪਨੇ ਰੋਜ਼ ਬਦਲਦੇ ਆ, ਤੇ ਮੈਸੇਜ ਇੱਕੋ ਹੀ ਹੈ ਕਿ ਆਪਣੇ ਸੁਪਨੇ ਦੇ ਉੱਤੇ ਵਰਕ ਕਰੋ ਕਿ ਕੀ ਤੁਸੀਂ ਜ਼ਿੰਦਗੀ ਚਾਹੁੰਦੇ ਹੋ, ਕਿਹੜੇ ਇਨਗਰੀਡੀਐਂਟਸ ਹੈ। ਰਾਦਰ ਕੁਝ ਬਣਨ ਬਾਰੇ ਨਾ ਸੋਚੋ। ਜੇ ਤੁਸੀਂ ਸਿਵਲ ਸਰਵਿਸਿਜ਼ ਕਰਕੇ IAS ਬਣਨਾ ਚਾਹੁੰਦੇ ਹੋ ਤੇ IAS ਦਾ ਪੂਰਾ ਪੈਕੇਜ ਮਿਲੇਗਾ। ਪੈਕੇਜ ਦੇ ਵਿੱਚ ਪੈਸੇ ਵੀ ਹੋਣਗੇ, ਪਾਵਰ ਵੀ ਹੋ ਸਕਦੀ ਹੈ, ਤੇ ਨਾਲ ਨਾਲ ਉਹਦੇ ਨੈਗੇਟਿਵ ਟੈਨਸ਼ਨਸ ਵੀ ਹੋਣਗੀਆਂ, ਸਾਰੀਆਂ ਨਾਲ ਹੀ ਆਣੀਆਂ ਡਾਕਟਰ ਦੀ ਲਾਈਫ। ਸੋ ਇਸ ਕਰਕੇ ਵਾਈ ਨਾਟ ਟੂ ਵਿਸ਼ ਫॉर ਅ ਲਾਈਫ ਜਿਹਦੇ ਵਿੱਚ ਯੂ ਹੈਵ ਜਿਹੜੇ ਸਾਰੇ ਇਨਗਰੀਡੀਐਂਟਸ ਮੈਂ ਤੁਹਾਨੂੰ ਗਿਣਾ ਦਿੰਦਾ ਇੱਕ ਪਰਫੈਕਟ ਜ਼ਿੰਦਗੀ ਦੇ: ਲਵ, ਪੀਸ, ਹੈਪੀਨੈਸ, ਅਬੰਡੈਂਸ, ਵੈਲਥ, ਲਗਜ਼ਰੀਜ਼, ਦੁਨੀਆ ਦੀਆਂ ਸੈਰਾਂ, ਬਹੁਤ ਅੱਛੀ ਹੈਲਥ, ਚੈਰਿਟੀ, ਐਂਡ ਜੇ ਇਹ ਸਾਰਾ ਕੁਝ ਹੀ ਹੋਵੇ, ਇੱਕ ਚੀਜ਼ ਮਿਸ ਕਰੋਗੇ, ਦੈਟ ਇਜ਼ ਦੁਨੀਆ ਤੁਹਾਨੂੰ ਜਾਣੇ, ਨੇਮ, ਫੇਮ ਐਂਡ ਰੈਕੋਗਨੀਸ਼ਨ। ਜੇ ਇਹ ਸਾਰੇ ਫੈਕਟਰ ਹੈਗੇ ਆ ਤਾਂ ਤੁਹਾਡੀ ਜ਼ਿੰਦਗੀ ਪਰਫੈਕਟ ਹੋ ਸਕਦੀ ਹੈ। ਤੇ ਫਿਰ ਤੁਸੀਂ ਚੁਣੋਗੇ ਕਿ ਮੈਨੂੰ ਇਹ ਵਾਲੇ ਫੈਕਟਰ ਠੀਕ ਹੈ। ਨੋ, ਚੁਣਿਓ ਨਾ। ਇਹ ਸਾਰੇ ਫੈਕਟਰ ਤੁਹਾਡੀ ਜ਼ਿੰਦਗੀ 'ਚ ਆ ਸਕਦੇ ਆ। ਇਸ ਤਰ੍ਹਾਂ ਸੋਚ ਬਣਾਓ ਕਿ ਮੈਂ ਇੱਕ ਇਹੋ ਜਿਹੀ ਜ਼ਿੰਦਗੀ ਕ੍ਰੀਏਟ ਕਰਨੀ ਜਿਹਦੇ 'ਚ ਸਾਰਾ ਕੁਝ ਹੋਵੇ, ਤੇ ਨੇਚਰ ਉਹੀ ਪ੍ਰੋਡਿਊਸ ਕਰ ਦੇਗੀ, ਤੁਹਾਡੇ ਵਾਸਤੇ ਪ੍ਰੋਡਿਊਸ ਕਰ ਦੇਗੀ। ਬਟ ਬੀ ਕਲੀਅਰ ਕਿ ਆਰ ਯੂ ਪੈਸ਼ਨੇਟ ਫॉर ਦਿਸ, ਆਰ ਯੂ ਰੈਡੀ ਟੂ ਡੂ ਐਨੀਥਿੰਗ ਫॉर ਦਿਸ। ਜੇ ਇਸ ਤਰ੍ਹਾਂ ਹੈਗਾ ਤੇ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਪਾਏਗੀ। ਬੜੀਆਂ ਔਕੜਾਂ ਆਣਗੀਆਂ, ਤੁਹਾਨੂੰ ਉਹ ਔਕੜਾਂ ਲੱਗਣਗੀਆਂ ਹੀ ਨਹੀਂ। ਤੁਹਾਨੂੰ ਲੱਗੇਗਾ ਮੈਂ ਇੱਥੇ ਗਲਤ ਰਸਤੇ ਚੱਲ ਗਿਆ, ਦੂਜੇ ਤੇ ਚੱਲ ਲੈਂਦੇ, ਐਡੀ ਕਿਹੜੀ ਗੱਲ ਹੈ। ਤਾਂ ਤੁਸੀਂ ਰੁਕਦੇ ਨਹੀਂ ਫਿਰ ਕਦੀ ਵੀ। ਰੋਕਣ ਵਾਲਾ ਤੁਹਾਨੂੰ ਰੋਕ ਨਹੀਂ ਸਕਦਾ, ਕੋਈ ਇਨਸਾਨ ਨਹੀਂ ਰੋਕ ਸਕਦਾ। ਕਿਉਂ? ਤੁਹਾਡੇ ਨਾਲ ਉਹ ਯੂਨੀਵਰਸਲ ਤਾਕਤ ਜੋ ਤੁਹਾਡੇ ਨਾਲ ਜੁੜ ਜਾਂਦੀ ਹੈ, ਉਹ ਤੁਹਾਡੇ ਵਾਸਤੇ ਰਸਤੇ ਕ੍ਰੀਏਟ ਕਰ ਰਹੀ ਹੈ, ਔਰ ਸੌਖਾ ਰਸਤਾ ਕ੍ਰੀਏਟ ਕਰ ਰਹੀ ਹੈ ਜੀ। ਸੋ ਵਰਕ ਔਨ ਯੋਰ ਡ੍ਰੀਮ, ਵਰਕ ਔਨ ਯੋਰ ਡ੍ਰੀਮ, ਫਾਈਂਡ ਆਊਟ ਯੋਰ ਡ੍ਰੀਮ। ਡਾਕਟਰ ਕੁੰਵਰ ਰਾਜੀਵ, ਤੁਹਾਡਾ ਪੰਜਾਬ TV ਦੇ ਸਟੂਡੀਓ 'ਚ ਆਉਣ ਤੇ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। For more updates, download Punjab One TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।